ਹੈਲੋ ਗੁੱਡ ਮਾਰਨਿੰਗ ਜੈਮਸੀ ਦੀ। ਮੈਂ ਯਕੀਨ ਕਰਦੀ ਹਾਂ ਤੁਸੀਂ ਬਿਲਕੁਲ ਰਾਜੀ ਖੁਸ਼ ਹੋਵੋਗੇ। ਪ੍ਰਭੂ ਦੇ ਅਨੁਗ੍ਰਹਿ ਦੇ ਵਿੱਚ, ਪ੍ਰਭੂ ਦੀ ਕਿਰਪਾ ਦੇ ਹੇਠ ਤੁਸੀਂ ਆਨੰਦ ਲੈ ਰਹੇ ਹੋਵੋਗੇ ਪ੍ਰਭੂ ਦੇ ਇਸ ਬਣਾਏ ਹੋਏ ਦਿਨ ਦਾ। ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਕਾਫੀ ਦਿਨਾਂ ਦੇ ਬਾਅਦ ਪਰਮੇਸ਼ਵਰ ਨੇ ਫਿਰ ਤੋਂ ਸਮਾਂ ਬਖਸ਼ਿਆ ਕਿ ਆਪਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਰੂਬਰੂ ਹੋ ਸਕੀਏ ਤੇ ਪ੍ਰਭੂ ਦੇ ਵਚਨ ਨੂੰ ਸ਼ੇਅਰ ਕਰ ਸਕੀਏ, ਪ੍ਰਭੂ ਦੀ ਕਿਰਪਾ ਨੂੰ ਇੱਕ ਦੂਜੇ ਦੇ ਨਾਲ ਵੰਡ ਸਕੀਏ, ਪ੍ਰਭੂ ਦੀ ਮਹਿਮਾ ਕਰ ਸਕੀਏ ਔਰ ਪ੍ਰਾਰਥਨਾ ਕਰ ਸਕੀਏ। ਹਾਲੇਲੂਇਆ। ਮੈਂ ਕਾਫੀ ਬੈਟਰ ਫੀਲ ਕਰਦੀ ਹਾਂ ਪ੍ਰਭੂ ਦੀ ਵਡਿਆਈ ਹੋਏ ਔਰ ਆਈ ਐਮ ਵੈਰੀ ਸ਼ੋਰ ਕਿ ਪ੍ਰਭੂ ਪਰਮਾਨੈਂਟ ਹੀਲਿੰਗ ਦੇ ਰਹੇ ਆ। ਦੈਟਸ ਵਾਈ ਥੋੜਾ ਜਿਹਾ ਸਲੋ ਪ੍ਰੋਸੈਸ ਆ, ਬਟ ਆਈ ਐਮ ਰੀਅਲੀ ਵੈਰੀ ਹੈਪੀ ਕਿ ਜੇ ਯਹੋਵਾ ਮੇਰੇ ਵੱਲ ਆ ਤਾਂ ਮੇਰੇ ਵਿਰੁੱਧ ਕੌਣ ਹੋ ਸਕਦਾ। ਕੋਈ ਬਿਮਾਰੀ ਮੇਰੇ ਵਿਰੁੱਧ ਕਾਮਯਾਬ ਨਹੀਂ ਹੋ ਸਕਦੀ, ਕੋਈ ਦੁਸ਼ਟ ਦੀ ਸ਼ਕਤੀ ਮੇਰੇ ਵਿਰੁੱਧ ਕਾਮਯਾਬ ਨਹੀਂ ਹੋ ਸਕਦੀ, ਕੋਈ ਵੀ ਹੋਰ ਚੀਜ਼ ਮੇਰੇ ਵਿਰੁੱਧ ਕਾਮਯਾਬ ਨਹੀਂ ਹੋ ਸਕਦੀ। ਵਚਨ ਦੇ ਵਿੱਚ ਲਿਖਿਆ ਉਹ ਜਿਹੜੇ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਦੇ ਆ, ਪਰਮੇਸ਼ਵਰ ਉਹਨਾਂ ਦੇ ਲਈ ਬੁਰਾਈ ਦੇ ਵਿੱਚੋਂ ਵੀ ਭਲਾਈ ਪੈਦਾ ਕਰ ਲੈਣ ਵਾਲਾ ਪਰਮੇਸ਼ਵਰ ਹੈ। ਹਾਲੇਲੂਇਆ। ਸੋ ਪ੍ਰਭੂ ਜ਼ਰੂਰ ਇਸ ਚੀਜ਼ ਦੇ ਵਿੱਚੋਂ ਦੀ ਇੱਕ ਚੰਗੀ ਉੱਤਮ ਬਰਕਤ ਮੇਰੇ ਲਈ ਜਿਹੜੀ ਆ ਉਹ ਬਾਹਰ ਕੱਢ ਰਹੇ ਆ। ਮੈਂ ਇਹਨਾਂ ਦਿਨਾਂ ਦੇ ਵਿੱਚ ਦੇਖਿਆ ਕਿ ਕਦੀ ਕਦੀ ਪਰਮੇਸ਼ਵਰ ਹੋਣ ਦਿੰਦੇ ਆ ਇੱਦਾਂ, ਇਸ ਲਈ ਨਹੀਂ ਕਿ ਪ੍ਰਭੂ ਤੁਹਾਨੂੰ ਹਰਟ ਕਰਨਾ ਚਾਹੁੰਦੇ ਆ, ਇਸ ਲਈ ਨਹੀਂ ਕਿ ਤੁਸੀਂ ਪਰਮੇਸ਼ਵਰ 'ਚ ਅੱਗੇ ਨਾ ਵੱਧ ਸਕੋ, ਪਰ ਇਸ ਲਈ ਕਿਉਂਕਿ ਪ੍ਰਭੂ ਤੁਹਾਨੂੰ ਇੱਕ ਬ੍ਰੇਕ ਦੇਣਾ ਚਾਹੁੰਦੇ ਆ ਔਰ ਉਸ ਬ੍ਰੇਕ ਦੇ ਵਿੱਚ ਪ੍ਰਭੂ ਤੁਹਾਡੀ ਥਾਂ ਤੇ ਹੋਰ ਵੀ ਬਹੁਤ ਸਾਰੇ ਯੋਧਿਆਂ ਨੂੰ ਬਿਲਡ ਕਰਨਾ ਚਾਹੁੰਦੇ ਆ। ਤੇ ਮੈਂ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸੀਗੇ ਥੋੜ੍ਹੇ ਜਿਹੇ ਦਿਨ, ਮੈਂ ਇਹਨਾਂ ਦੇ ਵਿੱਚ ਦੇਖਿਆ ਸਲੋਮੀ ਨੇ ਕਿੰਨਾ ਸੋਹਣਾ ਪ੍ਰੇਅਰ ਲੀਡ ਕਰਨੀ ਸਿੱਖੀ। ਸੋ ਉਹਨੇ ਸਰਮਨ ਰੈਡੀ ਕਰਨੇ ਸਿੱਖੇ, ਪ੍ਰੀਚ ਕਰਨਾ ਸਿੱਖਿਆ। ਸੋ ਬਹੁਤ ਚੀਜ਼ਾਂ ਉਹਨੇ ਸਿੱਖੀਆਂ। ਇਸੇ ਤਰ੍ਹਾਂ ਚਰਚ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਸੀਗੇ ਐਲਡਰਸ ਕਹਿ ਲਓ ਜਾਂ ਜਿਹੜੇ ਵਰਸ਼ਿਪ ਨੂੰ ਲੀਡ ਕਰਦੇ ਆ, ਪ੍ਰੇਅਰ ਕਰਦੇ, ਤਾਂ ਉਹ ਮੇਰੀ ਹੈਲਪ ਕਰਨ ਦੇ ਲਈ ਅੱਗੇ ਆਏ ਔਰ ਸੱਚੀ ਜੋ ਉਹਨਾਂ ਦੇ ਅੰਦਰ ਛੁਪਿਆ ਹੋਇਆ ਸੀ ਸ਼ਾਇਦ ਉਹ ਸੰਗਦਿਆਂ ਬਾਹਰ ਨਹੀਂ ਆਉਂਦਾ ਸੀਗਾ ਜਾਂ ਕੁਛ ਰੀਜ਼ਨ ਸੀ, ਪਤਾ ਨਹੀਂ, ਪਰ ਪਰਮੇਸ਼ਵਰ ਨੇ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਉਸ ਬੈਗ 'ਚੋਂ ਬਾਹਰ ਕੱਢਿਆ ਜਿਸ ਬੈਗ 'ਚੋਂ ਇੰਨੇ ਚਿਰ ਦੇ ਬੰਦ ਸੀਗੇ ਔਰ ਸੱਚੀ ਉਹਨਾਂ ਨੇ ਸ਼ਾਈਨ ਕਰਨਾ ਸ਼ੁਰੂ ਕੀਤਾ ਆ, ਬਹੁਤ ਅੱਛੇ ਤਰ੍ਹਾਂ ਸ਼ਾਈਨ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਆ। ਅਤੇ ਮੈਂ ਬਹੁਤ ਖੁਸ਼ ਹਾਂ ਔਰ ਡੈਫੀਨੇਟਲੀ ਮੈਂ ਤਾਂ ਪੋਜ਼ੀਟਿਵ ਚੀਜ਼ਾਂ ਨੂੰ ਹੀ ਫੜੂੰਗੀ, ਮੈਂ ਕਦੀ ਕਿਸੇ ਨੈਗੇਟਿਵ ਚੀਜ਼ ਨੂੰ ਨਹੀਂ ਫੜੂੰਗੀ ਕਿਉਂਕਿ ਮੇਰੇ ਕੋਲ ਜਗ੍ਹਾ ਨਹੀਂ ਹੈ ਨੈਗੇਟਿਵ ਚੀਜ਼ਾਂ ਦੇ ਲਈ। ਮੇਰੇ ਕੋਲ ਪੋਜ਼ੀਟਿਵ ਹੀ ਹੋਏ, ਇਹੀ ਮੈਨੂੰ ਪਸੰਦ ਆ ਔਰ ਪ੍ਰਭੂ ਦੀ ਵੀ ਇਹੀ ਇੱਛਾ ਆ ਕਿ ਅਸੀਂ ਉਹਦੀਆਂ ਭਲਾਈਆਂ ਨੂੰ ਦੇਖੀਏ ਬਜਾਏ ਇਹਦੇ ਕਿ ਸਾਡੀ ਜ਼ਿੰਦਗੀ 'ਚ ਬੁਰਾ ਕੀ ਆ। ਪਰ ਮੈਂ ਪ੍ਰਭੂ ਜੀ ਦਾ ਧੰਨਵਾਦ ਕਰਦੀ ਹਾਂ, ਮੇਰੀ ਜ਼ਿੰਦਗੀ 'ਚ ਪ੍ਰਭੂ ਨੇ ਇੱਕ ਵੀ ਚੀਜ਼ ਬੁਰੀ ਨਹੀਂ ਰੱਖੀ। ਇਹ ਪਰਮੇਸ਼ਵਰ ਜੀ ਦੀ ਮਹਿਮਾ ਆ। ਪ੍ਰਭੂ ਜੀ ਨੇ ਸਭ ਕੁਝ ਪਰਫੈਕਟ ਦਿੱਤਾ, ਉੱਤਮ ਦਿੱਤਾ ਹੈ। ਪ੍ਰਭੂ ਨੇ ਸਿਰਫ ਸਾਨੂੰ ਦੇਖਣ ਵਾਲੀ ਅੱਖ ਜਿਹੜੀ ਆ ਉਹਨੂੰ ਖੋਲ੍ਹਣ ਦੀ ਜ਼ਰੂਰਤ ਆ, ਪਹਿਚਾਨਣ ਵਾਲੀ ਅੱਖ ਜਿਹੜੀ ਆ ਉਹ ਖੋਲ੍ਹਣ ਦੀ ਜ਼ਰੂਰਤ ਆ। ਅਦਰਵਾਈਜ਼ ਤੁਹਾਡੇ ਚਾਰ ਚੁਫੇਰੇ ਪਰਮੇਸ਼ਵਰ ਜੀ ਨੇ ਬਲੈਸਿੰਗਸ ਰੱਖੀਆਂ ਆ ਔਰ ਬਹੁਤ ਸਾਰੀਆਂ ਬਲੈਸਿੰਗਸ ਰੱਖੀਆਂ ਆ। ਹਾਲੇਲੂਇਆ। ਸੋ ਜੇ ਆਪਾਂ ਦੇਖਦੇ ਹਾਂ ਦਾਊਦ ਦੇ ਵੱਲ, ਆਪਾਂ ਦੇਖਦੇ ਹਾਂ ਜਦੋਂ ਦਾਊਦ ਗੋਲੀਅਥ ਨੂੰ ਮਾਰਨ ਦੇ ਲਈ ਨਿਕਲਿਆ ਹੋਣਾ ਆ, ਜੇ ਆਪਾਂ ਉਸ ਚੀਜ਼ ਨੂੰ ਫੀਲ ਕਰਕੇ ਦੇਖੀਏ, ਹੋ ਸਕਦਾ ਰਾਹ 'ਚ ਕਿੰਨੇ ਹੀ ਥਾਟਸ ਉਹਦੇ ਮਾਈਂਡ ਦੇ ਵਿੱਚ ਆਏ ਹੋਣ ਵੀ ਉਹ ਕਿੰਨਾ ਵੱਡਾ ਆ, ਉਹਨੇ ਅੱਗੇ ਇੰਨੀ ਵਾਰੀ ਲੋਕਾਂ ਨੂੰ ਮਾਰਿਆ ਆ, ਉਹ ਇੱਕ ਦੈਂਤ ਆ, ਮੌਨਸਟਰ ਆ, ਵੀ ਦਾਊਦ ਤੂੰ ਤਾਂ ਹਲੇ ਅੱਲੜ ਜਿਹਾ ਮੁੰਡਾ ਆ, ਤੂੰ ਕਿਵੇਂ ਉਹਨੂੰ ਜਿਹੜਾ ਆ ਉਹ ਹਰਾਊਂਗਾ, ਕਿੱਦਾਂ ਉਹਨੂੰ ਫੇਸ ਕਰੂੰਗਾ, ਕਿ ਕਰ ਵੀ ਸਕੂੰਗਾ ਕਿ ਨਹੀਂ, ਕਿਤੇ ਤੇਰੀ ਬੇਇੱਜ਼ਤੀ ਨਾ ਹੋ ਜਾਵੇ। ਉੱਠ ਤਾਂ ਪਿਆ ਆ, ਤੁਰ ਤਾਂ ਪਿਆ ਆ,
ਤੇ ਨਾਲ ਵੀ ਨਹੀਂ ਹੈਲਪ ਕਰਨ ਦੇ ਲਈ ਕਿਸੇ ਨੂੰ ਲਿਆ। ਪਰ ਦਾਊਦ ਨੇ ਉਹਨਾਂ ਸਾਰੇ ਨੈਗੇਟਿਵ ਥਾਟਸ ਨੂੰ ਪਰੇ ਕੀਤਾ। ਆਏ ਤਾਂ ਜ਼ਰੂਰ ਹੋਣਗੇ, ਕਿਉਂਕਿ ਸ਼ੈਤਾਨ ਦੀ ਹਰ ਮੁਮਕਿਨ ਕੋਸ਼ਿਸ਼ ਹੁੰਦੀ ਕਿ ਕਿਸੇ ਤਰੀਕੇ ਨਾਲ ਉਹ ਤੁਹਾਨੂੰ ਡਿਸਅਪੁਆਇੰਟ ਕਰੇ, ਨਿਰਾਸ਼ ਕਰੇ, ਤੇ ਫਿਰ ਨਿਰਾਸ਼ਾ ਦੇ ਰਾਹੀਂ ਉਹ ਤੁਹਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇ। ਕਿਉਂਕਿ ਜਦੋਂ ਨਿਰਾਸ਼ਾ ਆਉਂਦੀ ਆ, ਸਾਡੀ ਅੱਧਿਓਂ ਜ਼ਿਆਦਾ ਜਿਹੜੀ ਐਨਰਜੀ ਆ, ਸਾਡਾ ਅੱਧਿਓਂ ਜ਼ਿਆਦਾ ਜਿਹੜਾ ਬਲ ਆ, ਨਿਰਾਸ਼ਾ ਉਹਨੂੰ ਸੱਕ ਕਰ ਲੈਂਦੀ ਆ, ਉਸ ਬਲ ਨੂੰ ਉਹ ਨਿਚੋੜ ਦਿੰਦੀ ਆ, ਚੂਸ ਲੈਂਦੀ ਆ, ਤੇ ਅਸੀਂ ਉਸ ਐਨਰਜੀ ਨੂੰ ਗਵਾ ਦਿੰਦੇ ਆ ਜਿਸ ਐਨਰਜੀ ਦੇ ਨਾਲ ਅਸੀਂ ਫਤਿਹ ਨੂੰ ਪ੍ਰਾਪਤ ਕਰਨਾ ਹੁੰਦਾ ਆ। ਅਸੀਂ ਪਹਿਲਾਂ ਹੀ ਢੇਰੀ ਢਾ ਦਿੰਦੇ ਆ। ਪਰ ਦਾਊਦ ਨੇ ਉਸ ਹਰੇਕ ਨੈਗੇਟਿਵ ਥਾਟ ਨੂੰ ਕੈਂਸਲ ਕੀਤਾ, ਡੈਫੀਨੇਟਲੀ ਜ਼ਰੂਰ ਕੀਤਾ ਹੋਊਗਾ। ਔਰ ਜਦੋਂ ਦਾਊਦ ਉੱਥੇ ਵੀ ਪਹੁੰਚਿਆ ਤੇ ਉਹਨੇ ਗੋਲੀਅਥ ਦੀ ਹਾਈਟ ਵੱਲ ਨੂੰ ਆਪਣੀਆਂ ਅੱਖਾਂ ਨਹੀਂ ਲਾਈਆਂ ਕਿ ਕਿੰਨਾ ਉੱਚਾ ਆ, ਉਹਦੀ ਦੇਹ ਕਿੰਨੀ ਚੌੜੀ ਤੇ ਮਜ਼ਬੂਤ ਆ। ਉਹਨੇ ਉਸ ਚੀਜ਼ ਨੂੰ ਵੀ ਨਿਗਲੈਕਟ ਕੀਤਾ, ਉਹਨੂੰ ਵੀ ਨਜ਼ਰਅੰਦਾਜ਼ ਕੀਤਾ, ਉਹਦੀ ਹਾਈਟ ਨੂੰ ਨਜ਼ਰਅੰਦਾਜ਼ ਕੀਤਾ, ਉਹਨੇ ਉਹਦੇ ਬਲ ਨੂੰ ਜਾਂ ਉਹ ਪਿੱਛੇ ਕੀ ਉਹਨੇ ਕੀਤਾ ਸੀ, ਉਹਨਾਂ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕੀਤਾ। ਇੱਥੋਂ ਤੱਕ ਉਹ ਨੌਨਸੈਂਸ, ਉਹ ਸਟੂਪਿਡ, ਉਹ ਵਰਡਸ ਜਿਹੜੇ ਦਾਊਦ ਨੂੰ ਹਰਟ ਕਰ ਸਕਦੇ ਸੀ, ਜਿਹੜੇ ਦਾਊਦ ਨੂੰ ਡਿਸਅਪੁਆਇੰਟ ਕਰ ਸਕਦੇ ਸੀ, ਨਿਰਾਸ਼ ਕਰ ਸਕਦੇ ਸੀਗੇ, ਉਹਨੇ ਉਹਨਾਂ ਸਾਰੇ ਵਰਡਸ ਨੂੰ ਜਿਹੜੇ ਗੋਲੀਅਥ ਨੇ ਬੋਲੇ ਸੀ ਦਾਊਦ ਦੇ ਅਗੇਂਸਟ, ਉਹਨੇ ਉਹਨਾਂ ਸਾਰਿਆਂ ਨੂੰ ਨਿਗਲੈਕਟ ਕੀਤਾ, ਨਜ਼ਰਅੰਦਾਜ਼ ਕੀਤਾ, ਉਹਨੇ ਰਿਸੀਵ ਨਹੀਂ ਕੀਤੇ। ਪਰ ਦਾਊਦ ਨੇ ਕੀ ਚੀਜ਼ ਬੋਲੀ? ਦਾਊਦ ਨੇ ਕਿਹਾ, ਹੇ ਖਤਨਾ ਰਹਿਤ। ਉਹਨੂੰ ਖਤਨਾ ਰਹਿਤ ਦੱਸਿਆ। ਕਿਉਂ ਦੱਸਿਆ ਉਹਨੂੰ ਖਤਨਾ ਰਹਿਤ? ਜਦੋਂ ਖਤਨਾ ਰਹਿਤ ਦੱਸ ਰਿਹਾ ਸੀਗਾ ਕਿ ਤੇਰੀ ਸੁੰਨਤ ਨਹੀਂ ਹੋਈ। ਬੇਸ਼ੱਕ ਨਿਊ ਟੈਸਟਾਮੈਂਟ ਦੇ ਵਿੱਚ ਲਿਖਿਆ ਕੀ ਸੁੰਨਤੀ, ਕੀ ਅਸੁੰਨਤੀ। ਪਰਮੇਸ਼ਵਰ ਨੂੰ ਸਾਡੇ ਮਨ ਦੀ ਸੁੰਨਤ ਚਾਹੀਦੀ ਆ। ਸਾਡਾ ਮਨ ਜਿਹੜਾ ਆ ਉਹ ਪਰਮੇਸ਼ਵਰ ਦੀ ਵਿਧੀ ਦੇ ਵਿੱਚ ਹੋਣਾ ਚਾਹੀਦਾ ਆ। ਪਰ ਉਹ ਓਲਡ ਟੈਸਟਾਮੈਂਟ ਦੀ ਗੱਲ ਆ, ਇਸ ਲਈ ਉਹਨੇ ਕਿਹਾ ਖਤਨਾ ਰਹਿਤ ਉਹਨੂੰ ਬੋਲਿਆ। ਜਦੋਂ ਖਤਨਾ ਰਹਿਤ ਉਹਨੂੰ ਕਹਿ ਰਿਹਾ ਸੀਗਾ ਤੇ ਉਹ ਕਹਿ ਰਿਹਾ ਸੀ, ਤੂੰ ਮੇਰੇ ਪਰਮੇਸ਼ਵਰ ਦੇ ਵਾਚਾ ਦੇ ਵਿੱਚ ਨਹੀਂ ਆ, ਤੂੰ ਮੇਰੇ ਪਰਮੇਸ਼ਵਰ ਦੇ ਵਾਅਦੇ ਦੇ ਵਿੱਚ ਨਹੀਂ ਆ, ਤੂੰ ਮੇਰੇ ਪਰਮੇਸ਼ਵਰ ਦੀ ਵਿਵਸਥਾ ਦੇ ਅਨੁਸਾਰ ਨਹੀਂ ਚੱਲ ਰਿਹਾ, ਤਾਂ ਤੇਰੇ ਉੱਤੇ ਪਰਮੇਸ਼ਵਰ ਦਾ ਫੇਵਰ ਨਹੀਂ ਆ। ਉਹ ਡਿਕਲੇਅਰ ਕਰ ਰਿਹਾ ਸੀਗਾ। ਜਦੋਂ ਉਹਨੂੰ ਖਤਨਾ ਰਹਿਤ ਕਹਿ ਰਿਹਾ ਸੀ ਤਾਂ ਉਹ ਡਿਕਲੇਅਰ ਕਰ ਰਿਹਾ ਸੀਗਾ ਕਿ ਤੇਰੇ ਉੱਤੇ ਮੇਰੇ ਪਰਮੇਸ਼ਵਰ ਦਾ ਫੇਵਰ ਨਹੀਂ ਆ। ਔਰ ਜਦੋਂ ਉਹਨੇ ਗੋਲੀਅਥ ਨੇ ਕਿਹਾ ਤੂੰ ਕਿਹਦੇ ਨਾਲ ਆਇਆ, ਤਾਂ ਦਾਊਦ ਨੇ ਕਿੰਨਾ ਸੋਹਣਾ ਅੱਖਰ ਬੋਲਿਆ, ਕਹਿੰਦਾ ਮੈਂ ਆਪਣੇ ਪਰਮੇਸ਼ਵਰ ਦੇ ਬਲ ਨਾਲ ਆਇਆ, ਉਸ ਪਰਮੇਸ਼ਵਰ ਦੇ ਬਲ ਨਾਲ ਜਿਹਨੇ ਮੈਨੂੰ ਪਹਿਲਾਂ ਵੀ ਕਦੀ ਹਾਰਨ ਨਹੀਂ ਦਿੱਤਾ। ਸੈਨਾਵਾਂ ਦੇ ਯਹੋਵਾ ਪਰਮੇਸ਼ਵਰ ਦੇ ਬਲ ਦੇ ਨਾਲ ਆਇਆ, ਆਪਣੇ ਪਰਮੇਸ਼ਵਰ ਦੇ ਨਾਮ ਨਾਲ ਆਇਆ ਉਹਨੇ ਕਿਹਾ। ਤਾਂ ਵਚਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪਰਮੇਸ਼ਵਰ ਨੇ ਦਾਊਦ ਨੂੰ ਗੋਲੀਅਥ ਦੇ ਉੱਤੇ ਫਤਿਹ ਦਿੱਤੀ। ਉਹ ਦਾਊਦ ਜਿਹਦੇ ਵਿਰੁੱਧ ਗੋਲੀਅਥ ਬੋਲਦਾ ਸੀ ਕਿ ਮੈਂ ਤੈਨੂੰ ਚਿੜੀਆਂ ਘਾਵਾਂ ਦੇ ਅੱਗੇ ਪਾ ਦੂੰਗਾ, ਤੇ ਉਸ ਦਾਊਦ ਨੇ ਉਸ ਗੋਲੀਅਥ ਦੀ ਕਿਸੇ ਵੀ ਉਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਜਿਹੜੀ ਉਹਨੂੰ ਡਰਾਉਂਦੀ ਸੀਗੀ, ਉਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਜਿਹੜੀ ਉਹਨੂੰ ਪਰੇਸ਼ਾਨ ਕਰ ਸਕਦੀ ਸੀਗੀ। ਪਰ ਉਹਨੇ ਸਿਰਫ ਧਿਆਨ ਦਿੱਤਾ ਉਹਦੀ ਕਮਜ਼ੋਰੀ ਵੱਲ, ਉਹਨੇ ਧਿਆਨ ਦਿੱਤਾ ਉਹਦੀ ਅਸ਼ੁੱਧਤਾ ਵੱਲ, ਔਰ ਉਹਨੇ ਧਿਆਨ ਦਿੱਤਾ ਆਪਣੇ ਪਰਮੇਸ਼ਵਰ ਦੀ ਮਿਹਰਬਾਨੀ ਵੱਲ ਔਰ ਆਪਣੇ ਪਰਮੇਸ਼ਵਰ ਦੇ ਬਲ ਵੱਲ। ਤਾਂ ਦਾਊਦ ਨੇ ਗੋਲੀਅਥ ਦਾ ਸਿਰ ਉਹਦੇ ਧੜ ਨਾਲੋਂ, ਉਹਦੀ ਤਲਵਾਰ ਦੇ ਨਾਲ ਵੱਖਰਾ ਕਰ ਦਿੱਤਾ। ਹਾਲੇਲੂਇਆ, ਇਹ ਪ੍ਰਭੂ ਦੀ ਮਹਿਮਾ ਆ। ਅੱਜ ਮੈਂ ਤੁਹਾਨੂੰ ਇਨਕਰੇਜ ਕਰਨਾ ਚਾਹੁੰਦੀ ਹਾਂ, ਤੁਸੀਂ ਆਪਣੀਆਂ ਪ੍ਰੋਬਲਮਸ ਦੇ ਵੱਲ ਧਿਆਨ ਨਹੀਂ ਦੇਣਾ। ਦੁਸ਼ਟ ਕਿੱਦਾਂ ਤੁਹਾਨੂੰ ਪਰੇਸ਼ਾਨ ਕਰ ਰਿਹਾ, ਤੁਸੀਂ ਇਸ ਚੀਜ਼ ਵੱਲ ਧਿਆਨ ਨਹੀਂ ਦੇਣਾ, ਬਿਲਕੁਲ ਵੀ ਧਿਆਨ ਨਹੀਂ ਦੇਣਾ ਇਸ ਚੀਜ਼ ਵੱਲ। ਪਰ ਤੁਸੀਂ ਆਪਣੇ ਪਰਮੇਸ਼ਵਰ ਦੀ ਮਹਿਮਾ ਵੱਲ ਧਿਆਨ ਦੇਣਾ, ਤੁਸੀਂ ਆਪਣੇ ਪਰਮੇਸ਼ਵਰ ਦੇ ਬਲ ਵੱਲ ਧਿਆਨ ਦੇਣਾ। ਔਰ ਤੁਸੀਂ ਉਹਨਾਂ ਬਿਮਾਰੀਆਂ ਨੂੰ ਕਹੋ ਕਿ ਬਿਮਾਰੀਆਂ ਅਸ਼ੁੱਧ ਆ, ਇਹ ਮੇਰੇ ਪਰਮੇਸ਼ਵਰ ਦੇ ਵਿੱਚੋਂ ਨਿਕਲਣ ਵਾਲੀ ਚੀਜ਼ ਨਹੀਂ ਆ। ਕਿਉਂਕਿ ਜਿਹੜੀਆਂ ਬਿਮਾਰੀਆਂ ਆ ਉਹ ਪਰਮੇਸ਼ਵਰ ਦੇ ਵਿੱਚੋਂ ਨਹੀਂ ਨਿਕਲਦੀਆਂ, ਪਰ ਸ਼ਿਫਾ ਪਰਮੇਸ਼ਵਰ ਦੇ ਵਿੱਚੋਂ ਨਿਕਲਦੀ ਆ, ਕਿਰਪਾ ਪਰਮੇਸ਼ਵਰ ਦੇ ਵਿੱਚੋਂ ਨਿਕਲਦੀ ਆ, ਸਾਮਰਥ ਪਰਮੇਸ਼ਵਰ ਦੇ ਵਿੱਚੋਂ ਨਿਕਲਦੀ ਆ, ਸ਼ਾਂਤੀ ਪਰਮੇਸ਼ਵਰ ਦੇ ਵਿੱਚੋਂ ਨਿਕਲਦੀ ਆ। ਤਾਂ ਤੁਸੀਂ ਉਹ ਚੀਜ਼ਾਂ ਜਿਹੜੀਆਂ ਪਰਮੇਸ਼ਵਰ ਦੇ ਵਿੱਚੋਂ ਨਹੀਂ ਨਿਕਲਦੀਆਂ, ਤੁਸੀਂ ਉਹਨਾਂ ਚੀਜ਼ਾਂ ਨੂੰ ਅਸ਼ੁੱਧ ਕਹਿ ਸਕਦੇ ਆ। ਔਰ ਤੁਸੀਂ ਉਹਨਾਂ ਨੂੰ ਕਹੋ ਕਿ ਇਹ ਅਸ਼ੁੱਧ ਆ ਤੇ ਤੂੰ ਮੇਰਾ ਨੁਕਸਾਨ ਨਹੀਂ ਕਰ ਸਕਦੀ। ਪਰ ਉਹ ਚੀਜ਼ਾਂ ਜੋ ਪਰਮੇਸ਼ਵਰ ਦੇ ਵਿੱਚੋਂ ਨਿਕਲ ਕੇ ਮੇਰੇ ਵਿੱਚ ਆਉਂਦੀਆਂ ਆ, ਉਹ ਮਹਾਨ ਆ,
ਔਰ ਉਹਨਾਂ ਦੇ ਜ਼ਰੀਏ, ਉਸ ਮਹਾਨਤਾ ਦੇ ਜ਼ਰੀਏ ਮੈਂ ਆਪਣੀਆਂ ਪ੍ਰੋਬਲਮਸ ਦੇ ਉੱਤੇ ਫਤਿਹ ਪਾਉਂਦੀ ਹਾਂ ਜਾਂ ਫਤਿਹ ਪਾਉਂਦਾ ਹਾਂ। ਮੈਂ ਸ਼ੈਤਾਨ ਦੀ ਉਸ ਸਾਰੀ ਸ਼ਕਤੀ ਦੇ ਉੱਤੇ ਜਿਹੜੀ ਮੈਨੂੰ ਪਰੇਸ਼ਾਨ ਕਰਦੀ ਆ, ਮੈਂ ਉਹਦੇ ਉੱਤੇ ਫਤਿਹ ਪਾਉਂਦਾ ਹਾਂ। ਆਪਣੀਆਂ ਰਿਪੋਰਟਸ ਨੂੰ ਆਪਣੇ ਅੱਗੇ ਰੱਖੋ ਔਰ ਉਹਨਾਂ ਰਿਪੋਰਟਸ ਦੇ ਉੱਤੇ ਹੱਥ ਰੱਖ ਕੇ ਕਹੋ, ਮੈਂ ਇਹਨਾਂ ਰਿਪੋਰਟਸ ਦੇ ਉੱਤੇ ਸ਼ਿਫਾ ਦੇ ਨਾਲ ਫਤਿਹ ਪਾਉਂਦਾ ਹਾਂ। ਇਹ ਰਿਪੋਰਟਸ ਬਦਲ ਰਹੀਆਂ ਆ, ਇਹ ਰਿਪੋਰਟਸ ਅਸ਼ੁੱਧ ਆ ਔਰ ਅਸ਼ੁੱਧਤਾ ਮੇਰੇ ਜੀਵਨ ਦਾ ਹਿੱਸਾ ਨਹੀਂ ਆ, ਕਿਉਂਕਿ ਪਰਮੇਸ਼ਵਰ ਨੇ ਆਪਣੇ ਇਕਲੌਤੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਬਲੀਦਾਨ ਦੇ ਰਾਹੀਂ ਮੈਨੂੰ ਮੁੱਲ ਖਰੀਦਿਆ, ਮੈਨੂੰ ਸ਼ੁੱਧ ਕੀਤਾ। ਹੁਣ ਸ਼ੁੱਧਤਾ ਮੇਰਾ ਹਿੱਸਾ ਆ। ਪਿਓਰਿਟੀ ਇਜ਼ ਪਾਰਟ ਆਫ ਮਾਈ ਲਾਈਫ, ਨਾਟ ਇੰਪਿਓਰਿਟੀ। ਜਿਹੜੀ ਸ਼ੁੱਧਤਾ ਹੈ ਉਹ ਮੇਰੀ ਜ਼ਿੰਦਗੀ ਦਾ ਹਿੱਸਾ ਆ, ਅਸ਼ੁੱਧਤਾ ਨਹੀਂ। ਇਸ ਲਈ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਕੈਂਸਲ ਕਰਨਾ ਸ਼ੁਰੂ ਕਰੋ ਜਿਹੜੀਆਂ ਤੁਹਾਨੂੰ ਨਹੀਂ ਚਾਹੀਦੀਆਂ। ਤੁਸੀਂ ਕਰਜ਼ਾ ਜਿਹੜਾ ਆ, ਤੁਸੀਂ ਕਰਜ਼ੇ ਨੂੰ ਗੋਲੀਅਤ ਜਿਹੜਾ ਆ, ਗੋਲੀਅਤ ਨਾ ਸਮਝੋ, ਪਰ ਕਰਜ਼ੇ ਦੇ ਅੱਗੇ ਆਪਣੀ ਬਰਕਤ ਵਾਲੇ ਪਰਮੇਸ਼ਵਰ ਨੂੰ ਉੱਚਾ ਕਰੋ। ਜਿੱਦਾਂ ਦਾਊਦ ਨੇ ਗੋਲੀਅਤ ਨੂੰ ਨੀਵਾਂ ਹੀ ਸਮਝਿਆ, ਤੁਸੀਂ ਵੀ ਆਪਣੇ ਕਰਜ਼ੇ ਨੂੰ ਛੋਟਾ ਸਮਝਣਾ ਸ਼ੁਰੂ ਕਰੋ। ਤੁਸੀਂ ਆਪਣੇ ਵਰਡਸ ਦੇ ਨਾਲ, ਤੁਸੀਂ ਜਿਹੜੀ ਚੀਜ਼ ਨੂੰ ਆਪਣੇ ਵਰਡਸ ਦੇ ਨਾਲ ਵੱਡਾ ਕਰੋਗੇ ਉਹ ਵੱਡੀ ਹੋ ਜੂਗੀ, ਜਿਹੜੀ ਚੀਜ਼ ਨੂੰ ਤੁਸੀਂ ਆਪਣੇ ਸ਼ਬਦਾਂ ਦੇ ਨਾਲ ਛੋਟਾ ਕਰ ਦੋਗੇ ਉਹ ਛੋਟੀ ਹੋ ਜੂਗੀ। ਅਗਰ ਤੁਸੀਂ ਇਹ ਕਹਿੰਦੇ ਰਹੋਗੇ ਮੇਰੀ ਬਿਮਾਰੀ ਬਹੁਤ ਵੱਡੀ ਆ, ਤਾਂ ਫਿਰ ਉਹ ਵੱਡੀ ਹੁੰਦੀ ਜਾਏਗੀ। ਅਗਰ ਤੁਸੀਂ ਕਹੋਗੇ ਸਾਡਾ ਕਰਜ਼ਾ ਬਹੁਤ ਵੱਡਾ ਆ, ਤੇ ਫਿਰ ਉਹ ਕਰਜ਼ਾ ਵੱਡਾ ਹੁੰਦਾ ਜਾਊਗਾ। ਅਗਰ ਤੁਸੀਂ ਕਹੋਗੇ ਮੇਰੀ ਪਰੇਸ਼ਾਨੀ ਬਹੁਤ ਵੱਡੀ ਆ, ਪਰੇਸ਼ਾਨੀ ਵੱਡੀ ਹੁੰਦੀ ਜਾਊਗੀ। ਅਗਰ ਤੁਸੀਂ ਕੁਝ ਵੀ ਨੈਗੇਟਿਵ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਤੁਸੀਂ ਵੱਡਾ ਕਹੋਗੇ, ਸਾਡੀ ਗਰੀਬੀ ਬਹੁਤ ਵੱਡੀ ਆ, ਅਸੀਂ ਕਦੀ ਇਹਦੇ ਚੋਂ ਬਾਹਰ ਨਹੀਂ ਨਿਕਲ ਸਕਦੇ, ਅਸੀਂ ਬਿਮਾਰੀ ਚੋਂ ਬਾਹਰ ਨਹੀਂ ਮੈਂ ਨਿਕਲ ਸਕਦਾ, ਇਹ ਤਾਂ ਕੈਂਸਰ ਤਾਂ ਬਹੁਤ ਭਿਆਨਕ ਬਿਮਾਰੀ ਆ, ਡਾਇਬਟੀਜ਼ ਤਾਂ ਜ਼ਿੰਦਗੀ ਭਰ ਰਹਿੰਦੀ ਆ, ਹੋਰ ਸਾਰੀਆਂ ਸਟੂਪਿਡ ਚੀਜ਼ਾਂ ਜਾਂ ਨੌਨਸੈਂਸ ਚੀਜ਼ਾਂ ਮੈਂ ਇਹਨਾਂ ਨੂੰ ਡਿਕਲੇਅਰ ਕਰਦੀ ਹਾਂ, ਕਿਉਂਕਿ ਇਹ ਕੋਈ ਬਰਕਤ ਵਾਲੀਆਂ ਚੀਜ਼ਾਂ ਨਹੀਂ ਹੈ ਕਿ ਮੈਂ ਇਹਨਾਂ ਨੂੰ ਅਹਿਮੀਅਤ ਦੇਵਾਂ। ਬੇਸ਼ੱਕ ਤੁਸੀਂ ਉਹਨਾਂ ਚੀਜ਼ਾਂ ਦੇ ਦੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਭੁਗਤ ਰਹੇ ਹੋ, ਮੈਂ ਇਸ ਚੀਜ਼ ਨੂੰ ਝੂਠ ਨਹੀਂ ਕਹਿੰਦੀ, ਪਰ ਹੁਣ ਸਮਾਂ ਆ ਗਿਆ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਦੁੱਖ ਚੋਂ ਬਾਹਰ ਆ ਜਾਓ ਔਰ ਪਰਮੇਸ਼ਵਰ ਤਿਆਰ ਆ ਤੁਹਾਨੂੰ ਇਹਨਾਂ ਚੀਜ਼ਾਂ ਦੇ ਗਮ ਚੋਂ, ਇਹਨਾਂ ਚੀਜ਼ਾਂ ਦੇ ਦੁੱਖ ਦੇ ਵਿੱਚੋਂ ਬਾਹਰ ਕੱਢਣ ਦੇ ਲਈ। ਹਾਲੇਲੂਇਆ। ਜਿਹੜੀ ਮੇਰੀ ਹੁਣ ਪ੍ਰੋਬਲਮ ਹੋਈ ਗਲੇ ਦੀ, ਮੈਂ ਟੈਸਟਮਨੀ ਸ਼ੇਅਰ ਕਰਨਾ ਚਾਹੁੰਦੀ ਹਾਂ ਤੁਹਾਡੇ ਨਾਲ। ਅੱਜ ਤੋਂ ਕਰੀਬ ਅਪਰੋਕਸੀਮੇਟ 4.5 ਸਾਲ ਪਹਿਲਾਂ, ਸ਼ਾਇਦ ਇੰਨਾ ਕੀ ਹੋਏਗਾ, ਤਾਂ ਪਾਸਟਰ ਦਿਓਲ ਜੀ ਕੈਨੇਡਾ ਗਏ ਸੀਗੇ ਤੇ ਉਹਦੇ ਪਿੱਛੋਂ ਅਸੀਂ ਇੱਕ ਦਿਨ ਪ੍ਰਾਰਥਨਾ ਕਰ ਰਹੇ, ਇੱਕ ਦਿਨ ਨਹੀਂ ਸੇ ਮਤਲਬ ਜਿੱਦਣ ਉਹ ਗਏ ਉਸ ਦਿਨ ਈਵਨਿੰਗ ਦੇ ਵਿੱਚ ਹੀ ਸ਼ਾਇਦ ਮੈਂ ਪ੍ਰਾਰਥਨਾ ਕਰ ਰਹੀ ਸੀਗੀ, ਪ੍ਰੇਅਰ ਯੋਧਿਆਂ ਦੇ ਨਾਲ, ਪ੍ਰਾਰਥਨਾ ਯੋਧਿਆਂ ਦੇ ਨਾਲ, ਤੇ ਪ੍ਰਭੂ ਨੇ ਮਨ ਵਿੱਚ ਪਾਇਆ ਕਿ ਤੁਸੀਂ 7 ਡੇਜ਼ ਐਗਰੈਸਿਵ ਪ੍ਰੇਅਰ ਕਰੋ। ਤੇ ਅਸੀਂ ਸਟਾਰਟ ਕੀਤੀ ਕਿ ਪ੍ਰਭੂ ਦੇ ਆਤਮਾ ਨੇ ਕਿਹਾ ਕਿ ਜਿਹੜਾ ਅਪਕਮਿੰਗ ਸੰਡੇ ਆ ਉਹਦੇ 'ਚ ਤੁਸੀਂ ਜ਼ਬਰਦਸਤ ਉਹਦੇ ਰਿਜ਼ਲਟਸ ਦੇਖੋਗੇ, ਜ਼ਬਰਦਸਤ ਹੀਲਿੰਗ ਦੇਖੋਗੇ, ਇੰਨੀ ਕਿ ਜਿੰਨੀ ਅੱਜ ਤੱਕ ਨਹੀਂ ਹੋਈ ਸੀ। ਤਾਂ ਸਾਰਿਆਂ ਨੇ ਐਗਰੀ ਕੀਤਾ ਤੇ ਅਸੀਂ ਵੈਰੀ ਨੈਕਸਟ ਡੇ ਅਸੀਂ ਫਾਸਟਿੰਗ ਐਂਡ ਪ੍ਰੇਅਰ, ਜਿਹੜੀ ਅਗਰੈਸਿਵ ਪ੍ਰੇਅਰ ਸੀਗੀ, ਅਸੀਂ ਉਹ ਸਟਾਰਟ ਕੀਤੀ। ਜਿਹੜੇ ਸੁਣਦੇ ਆ ਸ਼ਾਇਦ ਉਹਨਾਂ ਦੇ ਵਿੱਚ, ਉਹਨਾਂ ਪ੍ਰਾਰਥਨਾ ਯੋਧਿਆਂ ਦੇ ਵਿੱਚੋਂ ਵੀ ਹੋਣ, ਤਾਂ ਅਸੀਂ ਉਹ ਚਰਚ ਦੀ ਛੱਤ ਦੇ ਉੱਤੇ ਪ੍ਰੇਅਰ ਕਰਦੇ ਹੁੰਦੇ ਸੀ। ਔਰ ਜਦੋਂ ਅਸੀਂ ਪ੍ਰੇਅਰ ਕਰਦੇ ਰਹੇ ਤਾਂ ਮੇਰੀਆਂ ਜਿਹੜੀਆਂ ਵੋਕਲ ਕਾਰਡਸ ਸੀਗੀਆਂ, ਕਿਉਂਕਿ ਡਰਾਈਨੈਸ ਸੀਗੀ, ਅਸੀਂ ਸਾਰੇ ਜਾਣੇ ਡੇ ਨਾਈਟ ਫਾਸਟਿੰਗ ਦੇ ਉੱਤੇ ਸੀਗੇ, ਡੇ ਨੂੰ ਵੀ ਫਾਸਟਿੰਗ ਹੁੰਦੀ ਸੀ, ਨਾਈਟ ਨੂੰ ਵੀ ਫਾਸਟਿੰਗ ਹੁੰਦੀ ਸੀ। ਤੇ ਜਦੋਂ ਅਸੀਂ ਉਹ ਪ੍ਰੇਅਰ ਕਰਨੀ ਤਾਂ ਮੇਰੀਆਂ ਜਿਹੜੀਆਂ ਵੋਕਲ ਕਾਰਡਸ ਸੀਗੀਆਂ ਉਹਨਾਂ ਦੇ ਵਿੱਚ ਜਿੱਦਾਂ ਗੱਠਾਂ ਵੱਜ ਗਈਆਂ, ਗਲਟੀਆਂ ਬਣ ਗਈਆਂ ਤੇ ਆਵਾਜ਼ ਬੰਦ ਹੋਣ ਲੱਗ ਗਈ। ਔਰ ਜਦੋਂ ਸੰਡੇ ਆਇਆ ਤੇ ਉਸ ਦਿਨ ਸੈਟਰਡੇ ਨੂੰ ਹੀ ਸਾਨੂੰ ਪਰਮੇਸ਼ਵਰ ਨੇ ਆਤਮਾ ਦੇ ਰਾਹੀਂ, ਪਾਕ ਰੂਹ ਦੇ ਰਾਹੀਂ ਸਾਨੂੰ ਕਿਹਾ ਕਿ ਤੁਸੀਂ ਕੱਲ ਨੂੰ ਇੱਕ ਨਿਸ਼ਾਨ ਦੇਖੋਗੇ। ਤੁਸੀਂ ਆਪਣੀ ਪ੍ਰੇਅਰ, ਅਸੀਂ ਜਿਹੜੀ ਆਪਣੀ ਨਿਊ ਚਰਚ ਬਿਲਡਿੰਗ ਆ ਉਹਦੀ ਛੱਤ ਤੇ ਸ਼ੁਰੂ ਕੀਤੀ ਸੀ, ਵਿੰਟਰ ਸੀਗੇ ਉਦੋਂ, ਕਿ ਤੁਹਾਡੇ ਨਾਲ ਨਾਲ ਇੱਕ ਬੱਦਲ ਚੱਲੂਗਾ ਤੇ ਜਿਹੜਾ ਜਾ ਕੇ ਉੱਥੇ ਜੇ ਇੱਥੇ ਮੀਟਿੰਗ ਹੁੰਦੀ ਆ, ਸ਼ੈੱਡ ਆ ਜਿਹੜੀ ਖੇਤਾਂ ਦੇ ਵਿੱਚ ਵੱਡੀ ਸਾਰੀ, ਉੱਥੇ ਜਾ ਕੇ ਠਹਿਰ ਜਾਊਗਾ। ਤੇ ਮੈਂ ਉਹ ਚੀਜ਼ ਸ਼ਨੀਵਾਰ ਨੂੰ ਸਾਰੇ ਪ੍ਰਾਰਥਨਾ ਯੋਧੇ, ਕੋਈ 200 ਦੀ ਟੀਮ ਸੀਗੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਪਾਕ ਰੂਹ ਨੇ ਆਪਾਂ ਨੂੰ ਇਹ ਨਿਸ਼ਾਨ ਦਿੱਤਾ ਕਿ ਕੱਲ ਨੂੰ ਤੁਹਾਡੇ ਨਾਲ ਨਾਲ ਇੱਕ ਬੱਦਲ ਚੱਲੂਗਾ ਔਰ ਉਹ ਜਾ ਕੇ ਉਸ ਸ਼ੈੱਡ ਦੇ ਉੱਤੇ ਠਹਿਰ ਜਾਊਗਾ ਔਰ ਉਹ ਪਰਮੇਸ਼ਵਰ ਦੇ ਅਨੁਗ੍ਰਹਿ ਦਾ ਬੱਦਲ ਹੋਊਗਾ ਔਰ ਜ਼ਬਰਦਸਤ ਹੀਲਿੰਗ ਹੋਊਗੀ।
ਜਦੋਂ ਅਸੀਂ ਸੰਡੇ ਨੂੰ ਮਾਰਨਿੰਗ ਨੂੰ ਆਏ ਤਾਂ ਅਸੀਂ ਉੱਥੇ ਪ੍ਰੇਅਰ ਕਰਨੀ ਸ਼ੁਰੂ ਕੀਤੀ। ਔਰ ਸੱਚੀ ਇੱਦਾਂ ਹੋਇਆ ਕਿ ਜਦੋਂ ਅਸੀਂ ਪ੍ਰੇਅਰ ਕਰਨੀ ਸ਼ੁਰੂ ਕੀਤੀ ਤਾਂ ਇੱਕ ਬੱਦਲ ਉਸ ਜਗ੍ਹਾ ਤੇ ਠਹਿਰ ਗਿਆ। ਔਰ ਜਦੋਂ ਅਸੀਂ ਪ੍ਰੇਅਰ ਖਤਮ ਕੀਤੀ ਤਾਂ ਫਿਰ ਅਸੀਂ ਪੈਦਲ ਤੁਰ ਕੇ ਉੱਥੇ ਨੂੰ ਗਏ, ਸ਼ੈੱਡ ਵੱਲ ਨੂੰ। ਜਦੋਂ ਅਸੀਂ ਉੱਥੇ ਗਏ ਸਾਡੇ ਨਾਲ ਉਹ ਬੱਦਲ ਨੇ ਤੁਰਨਾ ਸ਼ੁਰੂ ਕੀਤਾ। ਇੰਨਾ ਉਹ ਸੁਪਰ ਨੈਚੁਰਲ ਔਰ ਇੰਨਾ ਔਸਮ, ਅਮੇਜ਼ਿੰਗ, ਵੰਡਰਫੁਲ ਵਰਡਸ ਨਹੀਂ ਆ ਮੇਰੇ ਕੋਲੇ ਉਹਨੂੰ ਐਕਸਪਲੇਨ ਕਰਨ ਦੇ ਲਈ। ਉਹ ਇੰਨਾ ਅੱਛਾ ਐਕਸਪੀਰੀਅੰਸ ਸੀਗਾ। ਤੇ ਉਹ ਬੱਦਲ ਸਾਡੇ ਨਾਲ ਤੁਰਦਾ ਗਿਆ ਤੇ ਉਹ ਬੱਦਲ ਨੇ ਸਾਰਾ ਜਾ ਕੇ ਸ਼ੈੱਡ ਢੱਕ ਲਿਆ। 4 ਚੁਫੇਰੇ ਧੁੱਪ ਸੀਗੀ ਤੇ ਸਾਰਾ ਉਹ ਜਿਹੜਾ ਸ਼ੈੱਡ ਸੀਗਾ ਉਹ ਬੱਦਲ ਨੇ ਢੱਕ ਲਿਆ ਸੀਗਾ। ਇੰਨੀਆਂ ਹੀਲਿੰਗਸ ਹੋਈਆਂ, ਇੰਨੀਆਂ ਡਿਲੀਵਰੈਂਸ ਹੋਈਆਂ, ਸ਼ਾਇਦ ਮੋਰ ਦੈਨ 1000 ਕਿ 1000 ਨਾਲੋਂ ਵੀ ਉੱਪਰ ਲੋਕ ਸੀਗੇ ਜਿਨ੍ਹਾਂ ਨੇ ਇਨਸਟੈਂਟ ਹੀਲਿੰਗ ਉਸ ਟਾਈਮ ਤੇ ਲਈ। ਕਦੀ ਕਦੀ ਪ੍ਰਭੂ ਉਹ ਆਪਣੀ ਇੱਛਾ ਦੇ ਨਾਲ ਲੋਕਾਂ ਨੂੰ ਚੰਗਿਆ ਕਰਦੇ ਆ ਔਰ ਉਹਦੀ ਇੱਛਾ ਆ ਕਿ ਕਿਸ ਟਾਈਮ ਤੇ ਉਹਨੇ ਕੀ ਕਰਨਾ ਆ, ਕਿਉਂਕਿ ਉਹ ਮਰਜ਼ੀ ਦਾ ਮਾਲਕ ਪਰਮੇਸ਼ਵਰ ਆ, ਉਹ ਸ਼ਹਿਨशाह ਪਰਮੇਸ਼ਵਰ ਆ, ਪਾਤਸ਼ਾਹਾਂ ਦਾ ਪਾਤਸ਼ਾਹ ਆ, ਪ੍ਰਭੂਆਂ ਦਾ ਪ੍ਰਭੂ। ਤਾਂ ਜਦੋਂ ਉਹ ਸਾਰੀ ਹੀਲਿੰਗ ਹੋ ਜੀ, ਅਮੇਜ਼ਿੰਗ ਚੀਜ਼ ਸੀਗੀ ਕਿ ਮੇਰੀਆਂ ਵੋਕਲ ਕਾਰਡਸ ਦਾ ਕਰਕੇ ਮੇਰੀ ਆਵਾਜ਼ ਬਿਲਕੁਲ ਬੰਦ ਹੋ ਚੁੱਕੀ ਸੀਗੀ ਤੇ ਉਸ ਮੀਟਿੰਗ ਦੇ ਵਿੱਚ ਪਰਮੇਸ਼ਵਰ ਨੇ ਮੇਰੀ ਆਵਾਜ਼ ਨੂੰ ਖੋਲ ਦਿੱਤਾ ਤੇ ਉਹ ਬਹੁਤ ਸੋਹਣਾ ਹੋਇਆ। ਪਰ ਜਿੱਦਾਂ ਹੀ ਮੀਟਿੰਗ ਖਤਮ ਹੋਈ ਮੇਰਾ ਗਲਾ ਬਿਲਕੁਲ ਬੰਦ ਤੇ ਇੱਥੋਂ ਤੱਕ ਕਿ ਫੋਨ ਤੇ ਮੇਰੇ ਕੋਲੋਂ ਪਾਸਟਰ ਜੀ ਦੇ ਨਾਲ ਗੱਲ ਵੀ ਨਹੀਂ ਕਰ ਹੁੰਦੀ ਸੀ ਕਿ ਮੈਂ ਉਹਨਾਂ ਨੂੰ ਕੀ ਦੱਸਾਂ ਕਿ ਕੀ ਕੰਮ ਹੋਇਆ ਜਾਂ ਕਿੱਦਾਂ ਹੋਇਆ। ਤਾਂ ਅਸੀਂ ਜਲੰਧਰ ਦੇ ਵਿੱਚ ਬਹੁਤ ਮਸ਼ਹੂਰ ਹਸਪੀਟਲ ਆ ਕਟਾਰੀਆ ਹਸਪੀਟਲ, ਉਹ INT ਦਾ ENT ਕੀ ਹੁੰਦਾ, ENT ਯੈਸ, ਆਈਜ਼ ਨੋਜ਼ ਐਂਡ ਥਰੋਟ ਦਾ। ਤਾਂ ਅਸੀਂ ਉਹਨਾਂ ਨੂੰ ਵਿਜ਼ਿਟ ਕੀਤਾ ਤਾਂ ਮੇਰੇ ਕੋਲੇ ਉਹ ਸ਼ਾਇਦ ਪਤਾ ਨਹੀਂ ਉਹਦੀ ਪਿਕਚਰ ਪਈ ਹੋਏ, ਕਿਉਂਕਿ ਮੈਂ ਆਲਵੇਜ਼ ਅਗਰ ਕੋਈ ਵੀ ਨੈਗੇਟਿਵ ਰਿਪੋਰਟ ਆਏ ਤਾਂ ਮੈਂ ਉਹਨੂੰ ਸਾਂਭ ਕੇ ਨਹੀਂ ਰੱਖਦੀ, ਮੈਂ ਉਹਨੂੰ ਹਮੇਸ਼ਾ ਫਾੜ ਦਿੰਦੀ ਹੁੰਦੀ ਹਾਂ ਔਰ ਮੈਂ ਉਹਨੂੰ ਕੈਂਸਲ ਕਰ ਦਿੰਦੀ ਹੁੰਦੀ ਕਿ ਨੋ, ਇਹ ਰਿਪੋਰਟ ਕਦੀ ਵੀ ਮੇਰੇ ਘਰ ਦੇ ਵਿੱਚ ਨਹੀਂ ਮੈਂ ਰੱਖਣੀ, ਕਿਉਂਕਿ ਇਹ ਰਿਪੋਰਟ ਮੇਰੀ ਐਕਚੁਅਲ ਰਿਪੋਰਟ ਨਹੀਂ ਆ। ਮੇਰੀਆਂ ਜਿਹੜੀਆਂ ਐਕਚੁਅਲ ਰਿਪੋਰਟਸ ਆ ਉਹ ਬਹੁਤ ਸਹੀ ਆ, ਨਾਰਮਲ ਆ ਔਰ ਉਹ ਹੈਲਥੀ ਰਿਪੋਰਟਸ ਆ। ਤਾਂ ਮੈਂ ਉਹਦੀ ਪਿਕਚਰ ਰੱਖੀ ਸੀ ਟੈਸਟੀਮਨੀ ਦੇ ਲਈ ਔਰ ਬਹੁਤ ਸਾਰੇ ਲੋਕ ਉਸ ਟੈਸਟੀਮਨੀ ਨੂੰ ਜਾਣਦੇ ਕਿਉਂਕਿ ਮੈਂ ਚਰਚ ਵਿੱਚ ਦਿੱਤੀ ਸੀ ਉਹ ਟੈਸਟੀਮਨੀ। ਤਾਂ ਡਾਕਟਰਸ ਨੇ ਮੈਨੂੰ ਕਿਹਾ ਕਿ ਤੇਰੀ ਸਰਜਰੀ ਕਰਨੀ ਪੈਣੀ ਆ, ਤੇਰੀਆਂ ਜਿਹੜੀਆਂ ਵੋਕਲ ਕਾਰਡਸ ਆ ਉਹ ਇੱਕ ਦੂਜੇ ਦੇ ਵਿੱਚ ਗਿਲਟੀਆਂ ਬਣ ਕੇ ਉਹ ਫਸ ਗਈਆਂ ਆ ਤੇ ਕਿਸੇ ਵੀ ਤਰੀਕੇ ਦੇ ਨਾਲ ਉਹ ਜਿਹੜੀਆਂ ਆ ਉਹ ਹੁਣ ਵੱਖ ਨਹੀਂ ਹੋ ਸਕਦੀਆਂ, ਕਿ ਹੁਣ ਉਹ ਖੁੱਲਣੀਆਂ ਨਹੀਂ ਆ। ਤੇ ਮੈਂ ਉਹਨਾਂ ਨੂੰ ਲਿਖ ਕੇ ਕਿਹਾ ਸੀਗਾ, ਮੈਂ ਕਿਉਂਕਿ ਮੇਰੀ ਆਵਾਜ਼ ਨਹੀਂ ਨਿਕਲਦੀ ਸੀ, ਮੈਂ ਕਿਹਾ ਮੈਨੂੰ 7 ਡੇਜ਼ ਦਿਓ, 7 ਡੇਜ਼ ਦੇ ਬਾਅਦ ਮੈਂ ਇੱਕ ਮਿਰਕਲ ਦੇ ਨਾਲ ਆਉਂਗੀ, ਟੈਸਟੀਮਨੀ ਦੇ ਨਾਲ ਆਉਂਗੀ ਔਰ ਡੈਫੀਨੇਟਲੀ ਮੇਰੇ ਪ੍ਰਭੂ ਨੇ ਮੈਨੂੰ ਸ਼ਿਫਾ ਦੇਣੀ ਆ। ਉਹ ਕਹਿੰਦੇ ਤੈਨੂੰ ਵਿਦਿਨ 24 ਆਵਰਸ ਤੈਨੂੰ ਸਰਜਰੀ ਦੇਣੀ ਪੈਣੀ ਆ ਸਾਨੂੰ। ਪਰ ਮੈਂ ਕਿਹਾ, ਮੈਂ ਉਹਨੂੰ ਲਿਖ ਕੇ ਗੱਲ ਕਰ ਰਹੀ ਸੀ, ਮੈਂ ਕਿਹਾ ਮੇਰੇ ਹਸਬੈਂਡ ਇੱਥੇ ਨਹੀਂ ਹੈ, ਮੈਂ ਸਰਜਰੀ ਨਹੀਂ ਲੈਣੀ, ਪਰ ਮੇਰੇ ਪਰਮੇਸ਼ਵਰ ਤੇ ਮੈਨੂੰ ਭਰੋਸਾ ਆ ਕਿ ਮੇਰੇ ਪ੍ਰਭੂ ਨੇ ਮੈਨੂੰ ਚੰਗਿਆ ਕਰ ਦੇਣਾ ਆ। ਤਾਂ ਸੱਚੀ ਉਹਨੇ ਜੋ ਦਵਾਈ ਦਿੱਤੀ ਮੈਂ ਦਵਾਈ ਲਈ, ਆ ਗਈ ਔਰ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਬੇਸ਼ੱਕ ਤੁਹਾਡੇ ਕੋਲ ਆਵਾਜ਼ ਨਹੀਂ ਆ ਪਰ ਤੁਹਾਡੇ ਕੋਲ ਮਨ ਆ, ਤੁਹਾਡੇ ਮਨ ਦੇ ਅੰਦਰ ਨੇਚਾ ਚਾਹੀਦੀ ਆ। ਔਰ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਤੇ ਵਿਦਿਨ 3 or 4 ਡੇਜ਼ ਮੇਰੀ ਜਿਹੜੀ ਆਵਾਜ਼ ਉਹ ਰਿਕਵਰ ਹੋ ਗਈ। ਪ੍ਰਭੂ ਦੀ ਮਹਿਮਾ ਹੋਏ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਨੇ ਮੈਨੂੰ ਚੰਗਿਆ ਕੀਤਾ ਤਾਂ ਮੇਰੀ ਆਵਾਜ਼ ਵਾਪਸ ਆ ਗਈ ਔਰ 7-8 ਦਿਨ ਦੇ ਵਿੱਚ ਪ੍ਰੋਪਰਲੀ ਮੈਂ ਜਿਹੜਾ ਸੀਗਾ ਮੈਂ ਬੋਲ ਸਕਦੀ ਸੀਗੀ ਔਰ ਗੱਲਬਾਤ ਕਰ ਸਕਦੀ ਸੀਗੀ। ਔਰ ਉਹਦੇ ਬਾਅਦ ਦੇ ਵਿੱਚ ਮੈਂ ਬੜਾ ਸੋਹਣਾ, ਤੁਸੀਂ ਦੇਖਦੇ ਆ ਕਦ ਦੀ ਪ੍ਰਚਾਰ ਕਰ ਰਹੀ ਹਾਂ ਪ੍ਰਭੂ ਦੀ ਮਹਿਮਾ ਦੇ ਲਈ। ਔਰ ਅਮੇਜ਼ਿੰਗ, ਇਹ ਟੈਸਟੀਮਨੀ ਬਹੁਤ ਅਮੇਜ਼ਿੰਗ ਆ। ਇਸੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਕਹਿੰਦੀ ਹਾਂ, ਅਗਰ ਤੁਸੀਂ ਐਗਰੀ ਕਰ ਗਏ ਕਿ ਮੇਰੀ ਸਰਜਰੀ ਹੋਣੀ ਆ ਫਿਰ ਉਹ ਹੋਣੀ ਆ, ਫਿਰ ਉਹਨੂੰ ਕੋਈ ਰੋਕ ਨਹੀਂ ਸਕਦਾ। ਜਾਂ ਤੁਸੀਂ ਐਗਰੀ ਕਰ ਗਏ ਕਿ ਡਾਕਟਰ ਨੇ ਇਹ ਬਿਮਾਰੀ ਡਿਕਲੇਅਰ ਕੀਤੀ ਹੈ ਤੇ ਇਹ ਬਿਮਾਰੀ ਹੈਗੀ ਆ, ਅਗਰ ਤੁਸੀਂ ਉਹਨੂੰ ਮੰਨ ਲਿਆ, ਡਾਕਟਰ ਨੇ ਝੂਠ ਨਹੀਂ ਬੋਲਿਆ। ਡਾਕਟਰ ਦੀ ਜੋ ਸਮਝ ਵਿੱਚ ਆਇਆ, ਜੋ ਰਿਪੋਰਟਸ ਦੇ ਵਿੱਚ ਆਇਆ, ਡਾਕਟਰ ਨੇ ਉਹੀ ਦੱਸਿਆ। ਪਰ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਉਹਨੂੰ ਕਿੱਦਾਂ ਲੈ ਰਹੇ ਆ, ਕਿ ਤੁਸੀਂ ਉਸ ਬਿਮਾਰੀ ਨੂੰ ਟੈਸਟੀਮਨੀ ਦੇ ਵਿੱਚ ਬਦਲਣ ਦੇ ਲਈ ਲੈ ਰਹੇ ਆ
ਜਾਂ ਤੁਸੀਂ ਆਪਣੇ ਆਪ ਨੂੰ ਡਿਸਅਪੁਆਇੰਟ ਕਰਨ ਦੇ ਲਈ ਜਾਂ ਹੋਰ ਬਿਮਾਰ ਹੋਣ ਦੇ ਲਈ ਉਸ ਬਿਮਾਰੀ ਨੂੰ ਲੈ ਰਹੇ ਹੋ, ਤਾਂ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਆ। ਅਗਰ ਤੁਸੀਂ ਆਪਣੇ ਪਰਮੇਸ਼ਵਰ ਦੇ ਉੱਤੇ ਸਟਰੋਂਗ ਫੇਥ ਰੱਖਦੇ ਆ ਔਰ ਜਿਹੜੀਆਂ ਤੁਸੀਂ ਪ੍ਰਾਰਥਨਾਵਾਂ ਕਰਦੇ ਆ ਉਹ ਰੂਹ ਸੱਚਾਈ ਤੇ ਵਫਾਦਾਰੀ ਦੇ ਨਾਲ ਪਰਮੇਸ਼ਵਰ ਦੇ ਅੱਗੇ ਕਰਦੇ ਆ, ਪੂਰੀ ਗੰਭੀਰਤਾਈ ਦੇ ਨਾਲ ਤੇ ਪੂਰੇ ਦਿਲ ਤੋਂ ਕਰਦੇ ਆ, ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਤੁਹਾਡੀ ਹੀਲਿੰਗ ਰੁਕ ਜਾਏ। ਹੋ ਹੀ ਨਹੀਂ ਸਕਦਾ। ਤਾਂ ਤੁਸੀਂ ਵੀ ਆਪਣੀਆਂ ਰਿਪੋਰਟਸ ਨੂੰ ਚੇਂਜ ਕਰ ਸਕਦੇ। ਮੇਰੇ ਕੋਲੇ ਬਹੁਤ ਟੈਸਟੀਮਨੀਜ਼ ਆ, ਇੱਦਾਂ ਨਹੀਂ ਹੈ ਕਿ ਮੇਰੇ ਉੱਤੇ ਕਦੀ ਸਿਕਨੈਸ ਨਹੀਂ ਆਈ। ਬਹੁਤ ਵਾਰੀ ਸਿਕਨੈਸ ਆਈ, ਪਰ ਸਿਕਨੈਸ ਮੇਰੀ ਜ਼ਿੰਦਗੀ ਦਾ ਹਿੱਸਾ ਨਹੀਂ ਆ। ਆਈ ਤੇ ਨਿਕਲ ਗਈ ਬਸ। ਉਹ ਇੱਕ ਟੈਸਟੀਮਨੀ ਬਣਨ ਦੇ ਲਈ ਆਈ, ਇੱਕ ਐਕਸਪੀਰੀਅੰਸ ਦੇਣ ਦੇ ਲਈ ਆਈ, ਇੱਕ ਤਜਰਬਾ ਸ਼ੇਅਰ ਕਰਨ ਦੇ ਲਈ ਕਿ ਮੈਂ ਤੁਹਾਨੂੰ ਦੱਸ ਸਕਾਂ। ਤਾਂ ਉਹ ਤਜਰਬਾ ਬਣਨ ਦੇ ਲਈ ਆਈ ਔਰ ਪਰਮੇਸ਼ਵਰ ਨੇ ਉਸ ਤਜਰਬੇ ਦੇ ਵਿੱਚੋਂ ਮੈਨੂੰ ਫਤਿਹ ਦੇ ਨਾਲ ਬਾਹਰ ਕੱਢਿਆ। ਇਹ ਸਾਰੀ ਮਹਿਮਾ ਮੇਰੇ ਪਰਮੇਸ਼ਵਰ ਦੀ ਆ, ਮੇਰੀ ਔਕਾਤ ਨਹੀਂ ਕਿ ਮੈਂ ਕੁਛ ਕਰਾਂ। ਪਰ ਹਾਂ, ਜਦ ਪਰਮੇਸ਼ਵਰ ਮੇਰੇ ਵੱਲ ਆ ਤਾਂ ਫਿਰ ਕਿਸੇ ਹੋਰ ਚੀਜ਼ ਦੀ ਔਕਾਤ ਨਹੀਂ ਕਿ ਉਹ ਮੈਨੂੰ ਹਰਾ ਸਕੇ। ਤਾਂ ਮੈਨੂੰ ਮਾਣ ਆ ਮੇਰੇ ਪਰਮੇਸ਼ਵਰ ਦੀ ਹੈਸੀਅਤ ਦੇ ਉੱਤੇ, ਮੈਨੂੰ ਮਾਣ ਆ ਇਸ ਚੀਜ਼ ਦੇ ਉੱਤੇ ਕਿ ਪਰਮੇਸ਼ਵਰ ਨੇ ਮੈਨੂੰ ਚੁਣਿਆ ਆ। ਮੈਨੂੰ ਮਾਣ ਆ ਇਸ ਚੀਜ਼ ਦੇ ਉੱਤੇ ਕਿ ਪਰਮੇਸ਼ਵਰ ਨੇ ਮੈਨੂੰ ਆਪਣੀ ਬੇਟੀ ਬਣਾਇਆ ਆ। ਔਰ ਮੈਨੂੰ ਇਸ ਚੀਜ਼ ਦਾ ਗਰਵ ਆ, ਪ੍ਰਾਊਡ ਆ ਕਿ ਪਰਮੇਸ਼ਵਰ ਦਾ ਆਤਮਾ ਪਰਮੇਸ਼ਵਰ ਨੇ ਮੈਨੂੰ ਦਿੱਤਾ ਆ ਔਰ ਤੁਹਾਡੇ ਲਈ ਵੀ ਮੁਹੱਈਆ ਕਰਵਾਇਆ ਆ ਜੇ ਤੁਸੀਂ ਉਹਨੂੰ ਲੈ ਲਵੋ। ਔਰ ਅਮੇਜ਼ਿੰਗ ਟੈਸਟੀਮਨੀ ਆ 2-3 ਦਿਨ ਪਹਿਲਾਂ ਦੀ ਕਿ ਅਗਰ ਮੇਰਾ ਗਲਾ ਖੁੱਲਿਆ ਹੁੰਦਾ ਤਾਂ ਮੈਂ ਡੈਫੀਨੇਟਲੀ ਜਿਹੜੀਆਂ ਰੈਗੂਲਰ ਪ੍ਰੇਅਰਸ ਆ ਉਹ ਅਪਲੋਡ ਕਰਦੀ ਸੀਗੀ ਤੇ ਮੈਂ ਕਰਨੀਆਂ ਸੀਗੀਆਂ, ਪਰ ਮੇਰਾ ਗਲਾ ਬਿਲਕੁਲ ਨਹੀਂ ਚੱਲ ਰਿਹਾ ਸੀਗਾ। ਤਾਂ ਤੁਸੀਂ ਦੇਖਿਆ 4 ਤਰੀਕ ਦੀ ਮੀਟਿੰਗ ਸੀਗੀ ਇਸ ਮੱਲਾਂਵਾਲਾ ਦੇ ਵਿੱਚ। ਇੱਕ ਦਿਨ ਪਹਿਲੇ ਤੱਕ ਮੇਰਾ ਗਲਾ ਬੰਦ ਸੀਗਾ ਔਰ ਆਵਾਜ਼ ਨਹੀਂ ਨਿਕਲ ਰਹੀ ਸੀਗੀ। ਤਾਂ ਮੈਂ ਸੋਚਦੀ ਸੀਗੀ ਕਿ ਮੀਟਿੰਗ ਦੇ ਵਿੱਚ ਮੈਂ ਜਾਊਂਗੀ ਤੇ ਮੈਂ ਕੀ ਕਰੂੰਗੀ। ਪਰ ਮੈਂ ਕਿਹਾ ਪ੍ਰਭੂ ਤੁਸੀਂ ਮਹਾਨ ਆ, ਉੱਥੇ ਤੁਹਾਡੇ ਲੋਕਾਂ ਨੇ ਅਰੇਂਜ ਕੀਤਾ ਤੇ ਇਹ ਅਰੇਂਜਮੈਂਟ ਕਦੀ ਵੀ ਖਰਾਬ ਨਹੀਂ ਹੋ ਸਕਦਾ। ਡੈਫੀਨੇਟਲੀ ਪ੍ਰਭੂ ਤੁਸੀਂ ਸਮੁੰਦਰਾਂ ਨੂੰ ਫਾੜਿਆ ਆ ਤੇ ਤੁਸੀਂ ਮੇਰੇ ਲਈ ਸਾਰਾ ਕੁਝ ਕਰਨ ਦੇ ਲਈ ਅੱਜ ਵੀ ਸਾਮਰਥੀ ਆ। ਅੱਜ ਤੱਕ ਤੁਸੀਂ ਮੇਰੇ ਨਾਲ ਇੰਨਾ ਕੁਝ ਕੀਤਾ ਤੇ ਹੁਣ ਵੀ ਤੁਸੀਂ ਮੇਰੇ ਲਈ ਜ਼ਰੂਰ ਸਾਰਾ ਕੁਝ ਜਿਹੜਾ ਉਹ ਪੂਰਾ ਕਰੋਗੇ। ਜਦੋਂ ਅਸੀਂ ਰਸਤੇ ਦੇ ਵਿੱਚ ਹੀ ਸੀਗੇ, ਮਾਰਨਿੰਗ ਨੂੰ ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ ਤੇ ਪਾਸਟਰ ਦਿਓਲ ਜੀ ਨੇ ਮੈਨੂੰ ਕਿਹਾ ਕਿ ਤੂੰ ਕੰਫਰਟੇਬਲ ਆ। ਮੈਂ ਕਿਹਾ ਯੈਸ ਮੈਂ ਕੰਫਰਟੇਬਲ ਆ, ਮੈਂ ਬਹੁਤ ਕੰਫਰਟੇਬਲ ਆ, ਸਾਰਾ ਕੁਝ ਠੀਕ ਹੋ ਜਾਣਾ ਹੈ। ਤੇ ਉਹਨਾਂ ਨੇ ਕਿਹਾ ਮੈਂ ਖੁਸ਼ ਹਾਂ ਕਿ ਤੂੰ ਕਦੀ ਵੀ ਇੱਦਾਂ ਦੀ ਪ੍ਰੋਬਲਮ ਤੋਂ ਹਾਰ ਨਹੀਂ ਮੰਨਦੀ। ਔਰ ਉਹਨਾਂ ਨੇ ਵੀ ਪ੍ਰੇਅਰ ਕੀਤੀ। ਤੁਸੀਂ ਸਾਰੇ ਆਲਰੇਡੀ ਪ੍ਰੇਅਰਸ ਕਰਦੇ ਹੋ। ਮੈਂ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਕਿ ਤੁਸੀਂ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਰੱਖਦੇ ਹੋ। ਤਾਂ ਜਦੋਂ ਅਸੀਂ ਉੱਥੇ ਗਏ, ਪ੍ਰਭੂ ਨੇ ਰਾਹ 'ਚ ਹੀ ਆਵਾਜ਼ ਖੋਲ੍ਹ ਦਿੱਤੀ ਔਰ ਉੱਥੇ ਇੰਨੀ ਸੋਹਣੀ ਮੀਟਿੰਗ ਹੋਈ, ਇੰਨਾ ਪਾਵਰਫੁਲ ਸਰਮਨ ਹੋਇਆ, ਇੰਨੀ ਪਾਵਰਫੁਲ ਹੀਲਿੰਗ ਹੋਈ। ਉੱਥੇ ਪਰਮੇਸ਼ਵਰ ਦੇ ਆਤਮਾ ਨੇ ਜ਼ਬਰਦਸਤ ਤਰੀਕੇ ਨਾਲ ਕੰਮ ਕੀਤਾ। ਔਰ ਜਦੋਂ ਅਸੀਂ ਮੀਟਿੰਗ ਕਰਕੇ ਵਾਪਸ ਆਏ ਤੇ ਰਸਤੇ ਵਿੱਚ ਮੇਰੀ ਆਵਾਜ਼ ਫਿਰ ਤੋਂ ਬੰਦ ਹੋਈ। ਔਰ ਸੱਚੀ ਪਰਮੇਸ਼ਵਰ ਆਪਣੇ ਕੰਮ ਦੇ ਲਈ, ਜਿੱਦਾਂ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ, ਕਹਿੰਦਾ ਜੇ ਇਹ ਲੋਕ ਚੁੱਪ ਕਰ ਜਾਣਗੇ ਤਾਂ ਪੱਥਰ ਚਿੱਲਾ ਉੱਠਣਗੇ। ਤਾਂ ਸੱਚੀ ਪ੍ਰਭੂ ਪੱਥਰਾਂ ਨੂੰ ਵੀ ਬੋਲਣ ਲਾ ਸਕਦੇ ਆ। ਮੈਂ ਤਾਂ ਪਰਮੇਸ਼ਵਰ ਦੀ ਬੇਟੀ ਆ, ਮੈਂ ਪਰਮੇਸ਼ਵਰ ਦੀ ਦਾਸੀ ਆ ਔਰ ਮੈਂ ਪਰਮੇਸ਼ਵਰ ਨੂੰ ਪ੍ਰੇਮ ਕਰਨ ਵਾਲੀ, ਪਰਮੇਸ਼ਵਰ ਦੀ ਚੁਣੀ ਹੋਈ, ਠਹਿਰਾਈ ਹੋਈ, ਉਹਦੇ ਹੱਥ ਦੀ ਇੱਕ ਰਚਨਾ ਆ। ਤਾਂ ਕਿਉਂ ਨਹੀਂ ਉਹ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਕੰਮ ਕਰਨ ਵਾਲਾ ਪਰਮੇਸ਼ਵਰ ਜ਼ਰੂਰ ਮੇਰੀ ਜ਼ਿੰਦਗੀ 'ਚ ਮੇਰੀ ਆਵਾਜ਼ ਨੂੰ ਪਹਿਲਾਂ ਨਾਲੋਂ ਵੀ ਵੱਧ ਬੁਲੰਦ ਕਰੇਗਾ ਮੇਰਾ ਪਰਮੇਸ਼ਵਰ। ਔਰ ਉਹਨੇ ਮੇਰੀ ਆਵਾਜ਼ ਨੂੰ ਫਿਰ ਖੋਲ੍ਹਿਆ। ਕੱਲ ਸਰਮਨ ਨਹੀਂ ਕਰ ਹੋਇਆ ਸੀ ਸੰਡੇ ਮੀਟਿੰਗ ਦੇ ਵਿੱਚ, ਕਿਉਂਕਿ ਗੋਡ ਨੋਜ਼ ਕਿ ਉੱਥੇ ਡਿਵਾਈਨ ਹੈਲਪਰਸ ਆਲਰੇਡੀ ਆ, ਪ੍ਰਭੂ ਦੇ ਦਾਸ ਉੱਥੇ ਆ ਔਰ ਹੋਰ ਪਾਸਟਰ ਸਾਹਿਬਾਨ ਪ੍ਰਭੂ ਦੇ ਚੁਣੇ ਹੋਏ ਦਾਸ ਆ, ਉਹ ਸਾਰੇ ਆ। ਤਾਂ ਪ੍ਰਭੂ ਨੇ ਕੱਲ ਮੈਨੂੰ ਰੈਸਟ ਦਿੱਤੀ ਔਰ ਅੱਜ ਮਾਰਨਿੰਗ ਦੇ ਵਿੱਚ ਮੈਂ ਦੇਖਿਆ ਕਿ ਨਹੀਂ ਤਾਂ ਇਸ ਵੇਲੇ ਮੇਰੀ ਆਵਾਜ਼ ਨਹੀਂ ਨਿਕਲਦੀ ਸੀ। ਜਿੱਦਾਂ ਜਿੱਦਾਂ ਦਿਨ ਨਿਕਲਦਾ ਸੀ ਉੱਦਾਂ ਥੋੜ੍ਹੀ ਬਹੁਤੀ ਆਵਾਜ਼ ਨਿਕਲਦੀ ਸੀ। ਤਾਂ ਪ੍ਰਭੂ ਨੇ ਅੱਜ ਮਾਰਨਿੰਗ ਦੇ ਵਿੱਚ ਮੈਨੂੰ ਆਵਾਜ਼ ਦਿੱਤੀ ਔਰ ਮੈਂ ਡਿਕਲੇਅਰ ਕਰਦੀ ਹਾਂ ਕਿ ਇਹ ਆਵਾਜ਼ ਪ੍ਰਭੂ ਦੇ ਅਨੁਗ੍ਰਹਿ ਦੇ ਨਾਲ ਜ਼ਰੂਰ ਬਣੀ ਰਹੂਗੀ ਔਰ ਮੈਨੂੰ ਕਿਸੇ ਸਰਜਰੀ ਦੀ ਜ਼ਰੂਰਤ ਕਦੀ ਨਹੀਂ ਪੈਣੀ, ਸਪੈਸ਼ਲੀ ਮੇਰੇ ਵੋਕਲ ਕਾਰਡਸ ਦੇ ਲਈ। ਔਰ ਮੈਨੂੰ ਜ਼ਿੰਦਗੀ ਦੇ ਵਿੱਚ ਪ੍ਰਭੂ ਕਿਰਪਾ ਕਰਨ ਕਦੀ ਵੀ ਕੋਈ ਇਹੋ ਜਿਹੀ ਨੌਬਤ ਨਾ ਆਏ, ਕਿਉਂਕਿ ਦੇਖੋ
कभी भी ਅਸੀਂ ਬਿਮਾਰੀ ਵਿੱਚ ਅਗਰ ਪੈਂਦੇ ਆ, ਇਸ ਲਈ ਨਹੀਂ ਕਿ ਪ੍ਰਭੂ ਸਾਨੂੰ ਬਿਮਾਰ ਕਰਨਾ ਚਾਹੁੰਦੇ, ਜਾਂ ਤਾਂ ਇਸ ਲਈ ਹੁੰਦਾ ਕਿ ਪ੍ਰਭੂ ਸਾਨੂੰ ਤਜਰਬਾ ਦੇਣਾ ਚਾਹੁੰਦੇ ਆ, ਸਾਨੂੰ ਇੱਕ ਬ੍ਰੇਕ ਦੇਣਾ ਚਾਹੁੰਦੇ ਆ, ਕਿਉਂਕਿ ਵਚਨ 'ਚ ਲਿਖਿਆ ਮੇਰੇ ਰਾਹ ਤੁਹਾਡੇ ਨਾਲੋਂ ਵੱਖਰੇ, ਮੇਰੀਆਂ ਸੋਚਾਂ ਵੱਖਰੀਆਂ ਆ। ਤਾਂ ਪ੍ਰਭੂ ਦੀ ਯੋਜਨਾ ਕਿਸ ਵੇਲੇ ਆ, ਉਹਨੂੰ ਅੰਡਰਸਟੈਂਡ ਕਰਨਾ ਇੰਨਾ ਈਜ਼ੀ ਤੇ ਨਹੀਂ ਆ, ਪਰ ਹਾਂ ਇਹ ਜ਼ਰੂਰ ਆ ਕਿ ਤੁਸੀਂ ਭਰੋਸਾ ਕਰ ਸਕਦੇ ਆ ਕਿ ਪ੍ਰਭੂ ਬੁਰਾਈ 'ਚੋਂ ਵੀ ਭਲਾਈ ਕੱਢਣ ਦੇ ਲਈ ਸਾਮਰਥੀ ਆ, ਔਰ ਪ੍ਰਭੂ ਦੇ ਕੋਲੇ ਜੋ ਸਾਡੇ ਲਈ ਪਲੈਨਿੰਗਸ ਆ ਉਹ ਵੰਡਰਫੁਲ ਆ, ਅਮੇਜ਼ਿੰਗ ਆ, ਐਂਡ ਉਹ ਸਾਡੇ ਲਾਭ ਦੀਆਂ ਆ, ਸਾਡੀਆਂ ਬੈਨੀਫਿਟ ਦੀਆਂ ਆ। ਤਾਂ ਇਸ ਲਈ ਸਾਨੂੰ ਗਮਗੀਨ ਹੋਣ ਦੀ ਜ਼ਰੂਰਤ ਨਹੀਂ ਆ, ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਆ, ਬੌਧਰ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਮੇਰੇ ਨਾਲ ਕਿਉਂ ਹੋਇਆ, ਕੀ ਹੋਊਗਾ। ਮੈਂ ਇਸ ਲਈ ਹਮੇਸ਼ਾ ਖੁਸ਼ ਰਹਿੰਦੀ ਆ ਕਿ ਅਗਰ ਕੋਈ ਟੈਸਟ ਆ ਵੀ ਗਿਆ, ਸੋ ਵਟ, ਟੈਸਟ ਕੀ ਆ, ਮੇਰੀ ਅਪਕਮਿੰਗ ਟੈਸਟਿਮਨੀ ਆ। ਤਾਂ ਜਦ ਕਦੀ ਵੀ ਟੈਸਟ ਆਏ ਮੈਨੂੰ ਸੈਡ ਨਹੀਂ ਹੋਣਾ ਪੈਂਦਾ। ਆਈ ਡੋਂਟ ਨੋ ਅਬਾਊਟ ਯੂ ਕਿ ਤੁਹਾਡੇ ਨਾਲ ਕਿੱਦਾਂ ਜਾਂਦਾ ਆ, ਪਰ ਮੈਂ ਟੈਸਟ ਦੇਖ ਕੇ ਸੈਡ ਨਹੀਂ ਹੁੰਦੀ, ਕਿਉਂਕਿ ਮੈਂ ਉਸ ਟੈਸਟ ਨੂੰ ਟੈਸਟਿਮਨੀ ਦੀ ਨਜ਼ਰ ਦੇ ਨਾਲ ਦੇਖਦੀ ਹਾਂ। ਔਰ ਸੱਚਮੁੱਚ ਜਦੋਂ ਤੁਸੀਂ ਉਹਨੂੰ ਟੈਸਟਿਮਨੀ ਦੀ ਨਜ਼ਰ ਨਾਲ ਦੇਖਦੇ ਆ ਤੇ ਉਹ ਟੈਸਟਿਮਨੀ ਦੇ ਵਿੱਚ ਕਨਵਰਟ ਹੋਣਾ ਸ਼ੁਰੂ ਹੋ ਜਾਂਦਾ, ਬਦਲਣਾ ਸ਼ੁਰੂ ਹੋ ਜਾਂਦਾ ਆ। ਹਾਲੇਲੂਇਆ। ਸੋ ਤੁਸੀਂ ਪ੍ਰਭੂ ਦੀ ਦਾਸੀ ਨੂੰ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਰੱਖਿਓ। ਤੁਹਾਡੀਆਂ ਪ੍ਰਾਰਥਨਾਵਾਂ ਦਾ ਬਹੁਤ ਵੱਡਾ ਯੋਗਦਾਨ ਆ ਮੇਰੀ ਜ਼ਿੰਦਗੀ ਦੇ ਵਿੱਚ। ਪ੍ਰਭੂ ਦੀ ਕਿਰਪਾ ਤੇ ਉਹਦਾ ਮਹਾਨਤਾ ਵਾਲਾ ਹੱਥ ਜਿਹੜਾ ਅੱਜ ਤੱਕ ਆਪਣੀ ਦਾਸੀ ਨੂੰ ਲਈ ਫਿਰਦਾ ਆ, ਸੰਭਾਲ ਕੇ ਰੱਖੇ। ਸੋ ਮੈਂ ਅੱਜ ਤੁਹਾਨੂੰ ਕਹਿੰਦੀ ਆ, ਆਪਣੀ ਜ਼ਿੰਦਗੀ ਦੇ ਗੋਲੀਅਤ ਨੂੰ ਹਰਾ ਦਿਓ, ਆਪਣੀ ਜ਼ਿੰਦਗੀ ਦੇ ਗੋਲੀਅਤ ਦਾ ਸਿਰ ਉਹਦੇ ਧੜ ਦੇ ਨਾਲੋਂ ਵੱਖਰਾ ਕਰ ਦਿਓ। ਅਰਥਾਤ ਤੁਹਾਡੀਆਂ ਚਾਹੇ ਜੋ ਵੀ ਪ੍ਰੋਬਲਮਸ ਆ ਜਿਹੜੀਆਂ ਤੁਹਾਨੂੰ ਵੱਡੀਆਂ ਵੱਡੀਆਂ ਨਜ਼ਰ ਆਉਂਦੀਆਂ, ਚਾਹੇ ਉਹ ਦੁੱਖ, ਪਰੇਸ਼ਾਨੀਆਂ, ਕਲੇਸ਼, ਕਰਜ਼ੇ, ਕੁਝ ਵੀ, ਵਟਐਵਰ, ਅੱਜ ਉਹਨਾਂ ਪਰੇਸ਼ਾਨੀਆਂ ਨੂੰ ਕਹੋ ਮੈਂ ਨਜ਼ਰਅੰਦਾਜ਼ ਕਰਦਾ ਆ ਤੁਹਾਡੇ ਸਾਈਜ਼ ਨੂੰ, ਮੈਂ ਨਜ਼ਰਅੰਦਾਜ਼ ਕਰਦਾ ਤੁਹਾਡੀ ਪਾਵਰ ਨੂੰ, ਮੈਂ ਨਜ਼ਰਅੰਦਾਜ਼ ਕਰਦਾ ਆ ਮੇਰੇ ਅਗੇਂਸਟ ਬੋਲੇ ਹੋਏ ਹਰ ਸ਼ਬਦ ਨੂੰ। ਪਰ ਮੈਂ ਖੁਸ਼ ਹਾਂ, ਮੈਂ ਆਨੰਦਿਤ ਹਾਂ, ਕਿਉਂਕਿ ਮੇਰੇ ਪਰਮੇਸ਼ਵਰ ਦਾ ਆਕਾਰ ਮੇਰੀ ਸਮੱਸਿਆ ਨਾਲੋਂ ਵੱਡਾ ਆ, ਮੇਰੇ ਪਰਮੇਸ਼ਵਰ ਦੀ ਸਾਮਰਥ ਮੇਰੀ ਪ੍ਰੋਬਲਮ ਦੇ ਨਾਲੋਂ ਵੱਡੀ ਆ। ਔਰ ਮੈਂ ਪਰਮੇਸ਼ਵਰ ਦੇ ਬਲ, ਜ਼ੋਰ ਤੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਨਾਲ ਓਵਰਕਮ ਹੋ ਰਿਹਾ ਆ। ਮੈਂ ਉਹਨਾਂ ਚੀਜ਼ਾਂ ਚੋਂ ਬਾਹਰ ਆ ਰਿਹਾ ਆ, ਫਤਿਹ ਦੇ ਨਾਲ, ਜਿੱਤ ਦੇ ਨਾਰਿਆਂ ਦੇ ਨਾਲ ਬਾਹਰ ਆ ਰਿਹਾ। ਅੱਜ ਤੁਹਾਡਾ ਗੋਲੀਅਤ ਤੁਹਾਡੀ ਜ਼ਿੰਦਗੀ ਚੋਂ ਖਤਮ ਹੋ ਰਿਹਾ, ਮਰ ਰਿਹਾ, ਔਰ ਤੁਸੀਂ ਉਹਨੂੰ ਮਾਰ ਰਹੇ ਆ ਆਪਣੇ ਪਰਮੇਸ਼ਵਰ ਦੇ ਬਲ ਦੇ ਨਾਲ, ਆਪਣੀ ਨੇਚਾ ਦੇ ਨਾਲ, ਔਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਣ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਅੱਜ ਦਾ ਦਿਨ ਤੁਹਾਡੇ ਜੀਵਨ ਦੇ ਵਿੱਚ ਮੁਬਾਰਕ ਹੋਏ, ਅੱਜ ਦਾ ਦਿਨ ਤੁਹਾਡੇ ਜੀਵਨ ਦੇ ਵਿੱਚ ਅਮੇਜ਼ਿੰਗ ਬਰਕਤ ਲੈ ਕੇ ਆਏ। ਅੱਜ ਤੁਹਾਡੇ ਟੈਸਟਿਮਨੀਜ਼ ਦੇ ਵਿੱਚ ਬਦਲ ਜਾਣ। ਪ੍ਰਭੂ ਤੁਹਾਨੂੰ ਵੱਡੀ ਹਿੰਮਤ, ਬਲ ਤੇ ਦਲੇਰੀ ਬਖਸ਼ਣ। ਔਰ ਪ੍ਰਭੂ ਦਾ ਅਨੁਗ੍ਰਹਿ, ਪ੍ਰਭੂ ਦੀ ਕਿਰਪਾ ਤੁਹਾਡੇ ਉੱਤੇ, ਤੁਹਾਡੀਆਂ ਫੈਮਲੀਜ਼ ਦੇ ਉੱਤੇ, ਸਾਡੇ ਉੱਤੇ ਹਮੇਸ਼ਾ ਬਣੀਆਂ ਰਹਿਣ। ਔਰ ਪ੍ਰਭੂ ਜ਼ਬਰਦਸਤ ਤਰੀਕੇ ਨਾਲ ਤੁਹਾਨੂੰ ਇਸਤੇਮਾਲ ਕਰਨ। ਤੁਹਾਡਾ ਪ੍ਰਾਰਥਨਾ ਵਾਲਾ ਜੀਵਨ ਵਧੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਤੁਸੀਂ ਵਚਨ ਨੂੰ ਪੜ੍ਹਨ, ਸੁਣਨ, ਸਮਝਣ ਤੇ ਵਚਨ ਦੇ ਅਨੁਸਾਰ ਚੱਲਣ ਵਾਲੇ ਹੋ ਜਾਓ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਟੈਸਟਿਮਨੀਜ਼ ਦੇ ਨਾਲ ਖੜੇ ਹੋਵੋ। ਜਿਹੜੇ ਬੱਚੇ ਆਗਿਆਕਾਰੀ ਨਹੀਂ ਕਰਦੇ, ਅੱਜ ਆਗਿਆਕਾਰੀ ਦੀ ਅਨੋਇੰਟਿੰਗ ਉਹਨਾਂ ਨੂੰ ਛੂਏ ਔਰ ਉਹ ਬੱਚੇ ਆਗਿਆਕਾਰੀ ਦੇ ਵਿੱਚ ਆ ਜਾਣ। ਜੋ ਲੋਕ ਬਿਮਾਰ ਆ, ਮੈਂ ਉਹਨਾਂ ਨੂੰ ਕਮੈਂਡ ਕਰਦੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਆਪਣੀ ਬਿਮਾਰੀ 'ਚੋਂ ਬਾਹਰ ਆ ਜਾਓ। ਮੈਂ ਤੁਹਾਡੇ ਉੱਤੇ ਆਈਆਂ ਬਿਮਾਰੀਆਂ ਨੂੰ ਕੈਂਸਲ ਕਰਦੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਇਹ ਤੁਹਾਨੂੰ ਹਰਾਉਣ ਦੇ ਲਈ ਨਹੀਂ ਆ, ਇਹ ਬਿਮਾਰੀਆਂ ਤੁਹਾਨੂੰ ਹਰਾ ਨਹੀਂ ਸਕਦੀਆਂ, ਇਹ ਬਿਮਾਰੀਆਂ ਤੁਹਾਡੀ ਮੌਤ ਦਾ ਕਾਰਨ ਨਹੀਂ ਬਣ ਸਕਦੀਆਂ। ਪਰ ਤੁਸੀਂ ਇੱਕ ਟੈਸਟਿਮਨੀ ਦੇ ਨਾਲ ਬਾਹਰ ਆਓ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਬਿਮਾਰੀਆਂ ਤੁਹਾਨੂੰ ਛੱਡਣ ਤੇ ਨਿਕਲ ਜਾਣ, ਹਰ ਦੁਸ਼ਟ ਆਤਮਾ ਤੁਹਾਨੂੰ ਛੱਡੇ ਤੇ ਨਿਕਲ ਜਾਏ, ਔਰ ਤੁਸੀਂ ਪਰਮੇਸ਼ਵਰ ਦੇ ਸਾਮਰਥ ਦੇ ਨਾਲ ਫਤਿਹਮੰਦ ਹੋਵੋ। ਹਰੇਕ ਦੁਸ਼ਟ ਆਤਮੇ ਨੂੰ ਮੈਂ ਕਮੈਂਡ ਕਰਦੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਨਿਕਲ ਜਾ। ਇਹਨਾਂ ਵਿਊਅਰਸ ਦੀ ਲਾਈਫ 'ਚੋਂ, ਇਹਨਾਂ ਲਿਸਨਰਸ ਦੀ ਲਾਈਫ 'ਚੋਂ, ਬਲੀਵਰਸ ਦੀ ਲਾਈਫ 'ਚੋਂ, ਇਹਨਾਂ ਫੇਥਫੁਲ ਲੋਕਾਂ ਦੀ ਲਾਈਫ ਦੇ ਵਿੱਚੋਂ ਨਿਕਲ ਜਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਸੁੱਕੀਆਂ ਤੇ ਉਜਾੜਾ ਥਾਵਾਂ ਦੇ ਵਿੱਚ ਚਲਿਆ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। Spirit of failure, I command you, I cast out you in the mighty name of Jesus Christ. ਨਿਕਲ ਜਾ। ਹਰੇਕ ਨਿਰਾਸ਼ਾ ਦਾ, ਡਿਸਅਪੁਆਇੰਟ ਕਰਨ ਵਾਲਾ ਗੰਦਾ ਆਤਮਾ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਅਕਲ ਨੂੰ ਬੰਦ ਕਰਨ ਵਾਲਾ ਗੰਦਾ ਆਤਮਾ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਹਰੇਕ ਸਿਕਨੈਸ ਦਾ ਗੰਦਾ ਸਪਿਰਿਟ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਹਰੇਕ ਉਹ ਰੁਕਾਵਟ ਜਿਹਨੇ ਅੱਜ ਤੱਕ ਤੁਹਾਡੀਆਂ ਬਰਕਤਾਂ ਨੂੰ ਰੋਕਿਆ, ਉਹਦੇ ਉੱਤੇ ਰੂਹ ਦੀ ਅੱਗ ਆਏ, ਉਹ ਰੁਕਾਵਟ ਜਲ ਜਾਏ, ਭਸਮ ਹੋ ਜਾਏ, ਔਰ ਤੁਹਾਡੇ ਬਰਕਤ ਦੇ ਰਾਹ ਖੁੱਲ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ।
ਪ੍ਰਭੂ ਦੀ ਬਰਕਤ ਤੁਹਾਡੇ ਭੋਜਨ ਪਾਣੀ ਦੇ ਉੱਤੇ ਆਏ। ਪ੍ਰਭੂ ਦੀ ਕਿਰਪਾ ਤੁਹਾਡੇ ਬੱਚਿਆਂ ਦੇ ਉੱਤੇ ਬਣੀ ਰਹੇ। ਤੁਸੀਂ ਧਰਮੀਆਂ ਦਾ ਪਰਿਵਾਰ ਠਹਿਰੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ, ਔਰ ਸਾਡੇ ਸਭਨਾਂ ਦੇ ਨਾਮ ਜੀਵਨ ਦੀ ਪੋਥੀ ਵਿੱਚ ਲਿਖੇ ਜਾਣ। ਤੁਹਾਡੀ ਬਿਜ਼ਨਸ ਬਲੈਸ ਹੋਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਤੁਹਾਡੇ ਖੇਤ ਬਲੈਸ ਹੋਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਤੁਹਾਡੇ ਪਸ਼ੂ ਬਲੈਸ ਹੋਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਔਰ ਤੁਸੀਂ ਆਪਣੇ ਜੀਵਨ ਦੇ ਹਰ ਹਿੱਸੇ ਦੇ ਵਿੱਚ ਫਲਦਾਰ ਹੋਵੋ। ਔਰ ਪਰਮੇਸ਼ਵਰ ਦਾ ਅਨੁਗ੍ਰਹਿ ਤੁਹਾਡੇ ਸਾਰਿਆਂ ਦੇ ਉੱਤੇ ਬਣਿਆ ਰਹੇ। ਪ੍ਰਭੂ ਜੀ ਨੂੰ ਮਹਿਮਾ ਮਿਲੇ। ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਜੈ ਮਸੀਹ ਦੀ। ਸੋ ਮੈਂ ਯਕੀਨ ਕਰਦੀ ਹਾਂ ਅੱਜ ਦਾ ਵਚਨ, ਅੱਜ ਦੀ ਗਵਾਹੀ ਅਰੇ ਪ੍ਰਾਰਥਨਾ ਤੁਹਾਡੇ ਜੀਵਨ ਦੇ ਲਈ ਇੱਕ ਬਰਕਤ ਦਾ ਵਸੀਲਾ ਬਣਨਗੇ। ਗॉड ਬlesਸ ਯੂ। ਜੈ ਮਸੀਹ ਦੀ।